ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹੀਂ ਮੁਝੇਹ ਰੂਪ ਰੰਗ ਅਰ ਰੀਖ ਭੀਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅੰਮ੍ਰਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਲੋਕ ਉਚਰਾ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਏ ਅੰਧ ਲਖੈ ਬਗਰ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੁਗੋ ਜੁਗ ਅਟਲ
ਬੰਦੀ ਛੋੜ ਸਤਿਗੁਰੂ 10 ਗੁਰੂ ਸਾਹਿਬਾਨਾਂ ਦੀ ਪ੍ਰਤੱਖ ਜੋਤ, ਲੋਕ ਪਰਲੋਕ ਕੇ ਰਖਿਅਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੋੜ ਮਿਲ ਬੈਠੀ ਗੁਰੂ ਰੂਪ ਸਾਧ ਸੰਗਤ ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ, ਜੋ ਸਤਿਗੁਰਾਂ ਨੇ ਇਹ ਪਾਵਨ ਸਤ ਸੰਗਤ ਦੀਆਂ ਘੜੀਆਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ। ਸੋ ਸਾਧ ਸੰਗਤ, ਹੁਣ ਸਮਾਂ ਹੈ ਜੋ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਤਿਗੁਰਾਂ ਦੀ ਦਇਆ ਸਦਕਾ ਚੱਲ ਰਹੀ ਹੈ। ਆਓ ਸਾਰੀ ਹੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਗੁਰਬਾਣੀ ਦੀ ਸ਼ਬਦ ਵਿਚਾਰ ਕਥਾ ਦੇ ਨਾਲ ਜੁੜੀਏ, ਕਿਉਂਕਿ ਜੋ ਅੱਜ ਆਪਾਂ ਸ਼ਬਦ ਸਰਵਣ ਕਰਨਾ ਹੈ ਉਸ ਦੇ ਅੰਦਰ ਵੀ ਸਤਿਗੁਰਾਂ ਨੇ ਜੋ ਸਤ ਸੰਗਤ ਕਰਨ ਦੇ ਫਲ ਦੱਸੇ ਹਨ, ਸਤ ਸੰਗਤ ਕਰਨ ਵਾਲੇ ਗੁਰਸਿੱਖਾਂ ਨੂੰ ਬੜੇ ਹੀ ਵੱਡੇ ਭਾਗਾਂ ਵਾਲਾ ਸਤਿਗੁਰਾਂ ਨੇ ਕਿਹਾ ਹੈ। ਤੋ ਉਹ ਇਹ ਸ਼ਬਦ ਅੱਜ ਸਰਵਣ ਕਰਨਾ ਹੈ। ਸਾਰੀ ਹੀ ਸੰਗਤ ਇੱਕ ਰਸ ਹੋ ਕਰਕੇ ਬੈਠੀਏ ਅਤੇ ਸਤਿਗੁਰਾਂ ਦਾ ਇਹ ਪਾਵਨ ਸ਼ਬਦ ਸਰਵਣ ਕਰੀਏ, ਜੋ ਪਿਛਲੇ ਦੀਵਾਨਾਂ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹੋਏ ਫਰਮਾ ਰਹੇ ਸਨ। ਜੋ ਪਰਮੇਸ਼ਰ ਨੇ ਜੁਗਾਂ ਜੁਗਾਂ ਦੇ ਅੰਦਰ ਆਪਣੇ ਭਗਤਾਂ ਨੂੰ ਪੈਦਾ ਕੀਤਾ ਅਤੇ ਉਹਨਾਂ ਦੀ ਰਖਵਾਲੀ ਅਤੇ ਉਹਨਾਂ ਦੀ ਇੱਜ਼ਤ ਰੱਖਣ ਵਾਸਤੇ ਪਰਮੇਸ਼ਰ ਆਪ ਸਮੇਂ-ਸਮੇਂ ਤੇ ਇਸ ਧਰਤੀ ਤੇ ਆਉਂਦਾ ਰਿਹਾ। ਜਿਸ ਪ੍ਰਕਾਰ ਪ੍ਰਹਿਲਾਦ ਦੀ ਰਖਵਾਲੀ ਕਰਨ ਵਾਸਤੇ ਪਰਮੇਸ਼ਰ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਦੁਸ਼ਟ ਹਰਣਾਕਸ਼ ਦਾ ਘਾਤ ਕੀਤਾ ਅਤੇ ਭਗਤ ਨਾਮਦੇਵ ਜੀ ਹੋਰਾਂ ਨੂੰ ਮੁੱਖ ਕਰਕੇ ਸਤਿਗੁਰਾਂ ਨੇ ਮੰਦਰ ਫੇਰ ਕਰਕੇ ਅਤੇ ਜੋ ਅਹੰਕਾਰੀ ਨਿੰਦਕ ਸਨ ਪੰਡਤਾਂ ਨੂੰ ਪਿੱਠ ਕੀਤੀ। ਇਸ ਪ੍ਰਕਾਰ ਸਤਿਗੁਰਾਂ ਨੇ ਆਪਣੇ ਭਗਤਾਂ ਦੀ ਪੈਜ ਰੱਖੀ। ਉਸ ਤੋਂ ਉਪਰੰਤ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਦੱਸਿਆ ਕਿ ਜੋ ਇਹ ਵਿਸ਼ੇ ਵਿਕਾਰਾਂ ਦੇ ਸੁੱਖ ਭੋਗਣੇ ਹਨ, ਇਹਨਾਂ ਦਾ ਜੋ ਫਲ ਅੰਤ ਨੂੰ ਦੁਖਦਾਈ ਹੀ ਨਿਕਲਦਾ ਹੈ ਅਤੇ ਜੋ ਪਰਮੇਸ਼ਰ ਦਾ ਨਾਮ ਜਪਣਾ ਹੈ, ਜਿਸ ਨੂੰ ਇਸ ਜੀਵ ਨੇ ਦੁੱਖ ਕਰਕੇ ਮੰਨਿਆ ਹੋਇਆ ਹੈ, ਉਹ ਸਤਿਗੁਰਾਂ ਨੇ ਕਿਹਾ ਹੈ ਕਿ ਉਹ ਇਸ ਵਾਸਤੇ ਦਾਰੂ ਹੈ। ਜੋ ਇਸ ਦਾ ਮਨ ਰੋਗੀ ਹੋਇਆ ਹੈ, ਨਾਮ ਦੇ ਨਾਲ ਹੀ ਉਹ ਰੋਗ ਹੋਵੇਗਾ। ਇਸ ਪ੍ਰਕਾਰ ਸਤਿਗੁਰਾਂ ਨੇ ਅਗਲੇ ਸ਼ਬਦ ਅੰਦਰ ਪਰਮੇਸ਼ਰ ਦੇ ਉਸ ਦਰ ਦੀ ਅਤੇ ਪਰਮੇਸ਼ਰ ਦੇ ਘਰ ਦੀ ਵਡਿਆਈ ਦੱਸਦੇ ਹੋਏ ਸਤਿਗੁਰਾਂ ਨੇ ਫਰਮਾਇਆ ਕਿ ਪਰਮੇਸ਼ਰ ਦੇ ਦਰ ਦੇ ਉੱਪਰ ਅਨੇਕਾਂ ਹੀ ਦੇਵੀ ਦੇਵਤੇ, ਨਾਦ, ਰਾਗ, ਧਰਮ ਰਾਜਾ, ਚਿੱਤਰਗੁਪਤ ਆਦਿਕ ਜੋ ਹਨ, ਉਹ ਸਤਿਗੁਰਾਂ ਦੇ ਦੁਆਰੇ ਤੇ ਖੜੇ ਹੋਏ ਸਾਰੇ ਹੀ ਪਰਮੇਸ਼ਰ ਦੀ ਵਡਿਆਈ ਕਰ ਰਹੇ ਹਨ। ਜੋ ਚਾਰੇ ਖਾਣੀਆਂ ਸਤਿਗੁਰਾਂ ਨੇ ਬਣਾਈਆਂ ਹਨ, ਬਣਾਈਆਂ ਹੈ, ਉਹ ਚਾਰੇ ਖਾਣੀਆਂ ਵੀ ਪਰਮੇਸ਼ਰ ਦੇ ਦਰ ਉੱਤੇ ਖੜ ਕੇ ਪਰਮੇਸ਼ਰ ਦਾ ਹੀ ਭਜਨ, ਪਰਮੇਸ਼ਰ ਦੀ ਵਡਿਆਈ ਕਰ ਰਹੀਆਂ ਹਨ। ਇਸ ਪ੍ਰਕਾਰ ਸਤਿਗੁਰਾਂ ਨੇ ਪਰਮੇਸ਼ਰ ਦੀ ਵਡਿਆਈ ਦੱਸਦੇ ਹੋਏ ਕਿਹਾ ਕਿ ਸੁਣ ਵੱਡਾ ਆਖੈ ਸਭ ਕੋਏ, ਕਿ ਸਾਰੇ ਸੁਣ ਸੁਣ ਕੇ ਕਹਿ ਸਕਦੇ ਹਨ ਕਿ ਪਰਮੇਸ਼ਰ ਵੱਡਾ ਹੈ, ਪਰ ਉਹ ਪਰਮੇਸ਼ਰ ਕਿਤਨਾ ਕੁ ਵਿਸ਼ਾਲ ਹੈ, ਕਿਤਨਾ ਕੁ ਵੱਡਾ ਹੈ, ਉਹ ਤਾਂ ਦੇਖ ਕਰਕੇ ਹੀ ਪਤਾ ਲੱਗੇਗਾ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਅਤੇ ਜਗਿਆਸੂ ਨੂੰ ਇਹ ਦੱਸਿਆ ਕਿ ਜੋ ਜੀਵ ਦਾ ਜਿਉਣਾ ਹੈ ਆਤਮਿਕ ਜੀਵਨ, ਉਹ ਸਿਰਫ ਤਾਂ ਸਿਰਫ
ਪਰਮੇਸ਼ਰ ਦਾ ਨਾਮ ਜਪਣਾ ਹੀ ਉਸ ਦਾ ਜੀਵਨ ਹੈ। ਅਤੇ ਜੇਕਰ ਪਰਮੇਸ਼ਰ ਦਾ ਨਾਮ ਜੀਵ ਨੂੰ ਵਿਸਰ ਜਾਵੇ ਤਾਂ ਉਹ ਮਰਿਆਂ ਦੇ ਤੋਂ ਸਮਝਿਆ ਜਾਵੇਗਾ ਪਰਮੇਸ਼ਰ ਦੇ ਦਰ ਦੇ ਉੱਪਰ। ਸੋ ਆਖਾਂ ਜੀਵਾ ਵਿਸਰੈ ਮਰ ਜਾਉ। ਇਸ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਅਤੇ ਹੁਣ ਜੋ ਅਗਲਾ ਸ਼ਬਦ ਹੈ ਉਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਪਾਵਨ ਸ਼ਬਦ ਦੁਆਰਾ ਬਖਸ਼ਿਸ਼ ਕੀਤੀ। ਅਤੇ ਉਹ ਬੇਨਤੀਆਂ ਰੂਪ ਅੰਦਰ ਸਤਿਗੁਰਾਂ ਨੂੰ ਕਿਸ ਪ੍ਰਕਾਰ ਫਰਮਾਇਆ, ਸਤਿਗੁਰਾਂ ਨੂੰ ਕਿਸ ਪ੍ਰਕਾਰ ਇਸ ਸ਼ਬਦ ਦੁਆਰਾ ਬੇਨਤੀਆਂ ਕੀਤੀਆਂ, ਉਹ ਅੱਜ ਆਪਾਂ ਸਰਵਣ ਕਰੀਏ। ਸਾਰੀ ਹੀ ਸੰਗਤ ਇੱਕ ਰਸ ਹੋ ਕਰਕੇ ਦੋਏ ਕਰ ਜੋੜ ਸਤਿਗੁਰਾਂ ਦੇ ਅੱਗੇ ਸੀਸ ਨਿਵਾਈਏ ਤੇ ਸਾਰੀ ਹੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਧੰਨ ਸਤਿਗੁਰੂ ਮਿਥਾਵਿਆਂ ਦੇ ਥਾਵ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਸ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਲਕ ਰੂਪ ਦੇ ਅੰਦਰ ਬਾਜ਼ਾਰ ਵਿੱਚ ਬੈਠ ਕੇ ਘੁੰਗਣੀਆਂ ਵੇਚ ਰਹੇ ਸਨ, ਉਸ ਸਮੇਂ ਸਤਿਗੁਰਾਂ ਦੀ ਐਸੀ ਬਿਰਤੀ ਸੀ ਕਿ ਉਹ ਬਾਕੀ ਬਾਲਕਾਂ ਦੇ ਵਾਂਗ ਸਤਿਗੁਰੂ ਹੋਕਾ ਨਹੀਂ ਸੀ ਦਿੰਦੇ ਘੁੰਗਣੀਆਂ ਵੇਚਣ ਦੀ ਖਾਤਰ। ਸਤਿਗੁਰੂ ਤਾਂ ਪਰਮੇਸ਼ਰ ਦੇ ਸਿਮਰਨ ਵਿੱਚ ਤੇ ਉਸ ਦੀ ਯਾਦ ਦੇ ਵਿੱਚ ਹੀ ਜੁੜੇ ਰਹਿੰਦੇ ਸਨ। ਸੋ ਇਸ ਪ੍ਰਕਾਰ ਜਿਸ ਸਮੇਂ ਸੰਗਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਸਤਿਗੁਰੂ ਬਾਲਕ ਰੂਪ ਦੇ ਅੰਦਰ ਸਨ, ਉਹਨਾਂ ਦੇ ਪਾਸੋਂ ਲੰਘ ਰਹੀਆਂ ਸਨ, ਤਾਂ ਉਸ ਸਮੇਂ ਉਹਨਾਂ ਸੰਗਤਾਂ ਦੇ ਵਿੱਚ ਇੱਕ ਦਿਵ ਦ੍ਰਿਸ਼ਟੀ ਵਾਲੇ ਗੁਰਸਿੱਖ ਵੀ ਜਾ ਰਹੇ ਸਨ। ਉਹਨਾਂ ਨੇ ਜਿਸ ਸਮੇਂ ਬਾਲਕ ਰੂਪ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਉਹਨਾਂ ਨੇ ਇਹ ਸਮਝ ਲਿਆ ਕਿ ਇਹੀ ਹਨ ਜੋ ਅੱਗੇ ਚੱਲ ਕੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਪਾਵਨ ਜੋ ਗੁਰਤਾ ਗੱਦੀ ਹੈ ਉਸ ਉੱਪਰ ਸੁਭਾਈਮਾਨ ਹੋਣਗੇ। ਸੋ ਇਹ ਜਾਣ ਕੇ ਉਸ ਸਿੱਖ ਨੇ ਆਪਣੇ ਮਨ ਦੇ ਅੰਦਰ ਵਿਚਾਰ ਕੀਤੀ ਕਿ ਮੈਂ ਕਿਉਂ ਨਾ ਹੁਣੇ ਹੀ ਸਤਿਗੁਰਾਂ ਪਾਸੋਂ ਬਖਸ਼ਿਸ਼ਾਂ ਪ੍ਰਾਪਤ ਕਰ ਲਵਾਂ। ਤਾਂ ਜੋ ਉਹ ਗੁਰਸਿੱਖ ਸੀ ਉਸ ਨੇ ਆਪਣੀ ਝੋਲੀ ਅੱਡ ਕੇ ਤੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਮੈਨੂੰ ਵੀ ਘੁੰਗਣੀਆਂ ਦੇਵੋ। ਤਾਂ ਉਸ ਸਮੇਂ ਸਤਿਗੁਰਾਂ ਨੇ ਬਾਲਕ ਰੂਪ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜੋ ਘੁੰਗਣੀਆਂ ਦੀਆਂ ਮੁੱਠਾਂ ਭਰ ਕੇ ਉਸ ਦੀ ਝੋਲੀ ਅੰਦਰ ਪਹਿਲਾਂ 2 ਅਤੇ ਫਿਰ 4 ਪਾਈਆਂ। ਇਸ ਪ੍ਰਕਾਰ ਜਦੋਂ ਉਸ ਸਿੱਖ ਨੇ ਆਪਦੀ ਝੋਲੀ ਪਿੱਛੇ ਨਾ ਕੀਤੀ, ਝੋਲੀ ਅੱਡੀ ਹੀ ਰੱਖੀ, ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੀ ਸਾਰੀ ਹੀ ਟੋਕਰੀ ਘੁੰਗਣੀਆਂ ਦੀ ਉਸ ਸਿੱਖ ਦੀ ਝੋਲੀ ਅੰਦਰ ਖਾਲੀ ਕਰ ਦਿੱਤੀ। ਐਸੇ ਦਇਆ ਦੇ ਪੁੰਜ ਸਨ ਸਤਿਗੁਰੂ। ਅਤੇ ਉਸ ਸਮੇਂ ਉਸ ਗੁਰਸਿੱਖ ਨੇ ਜੋ ਘੁੰਗਣੀਆਂ ਸਨ ਉਹ ਜਾ ਰਹੀ ਸਾਰੀ ਹੀ ਸੰਗਤ ਨੂੰ ਪ੍ਰਸਾਦ ਰੂਪ ਅੰਦਰ ਵਰਤਾ ਦਿੱਤੀਆਂ। ਇਸ ਪ੍ਰਕਾਰ ਸਾਰੀ ਹੀ ਸੰਗਤ ਸਤਿਗੁਰਾਂ ਦਾ ਭਜਨ ਕਰਦੀ ਹੋਈ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਵਿੱਤਰ ਦਰਸ਼ਨ ਕਰਨ ਵਾਸਤੇ ਚਲੇਗੀ। ਅਤੇ ਸਮਾਂ ਪਾ ਕਰਕੇ ਬਾਲਕ ਰੂਪ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਗੋਇੰਦਵਾਲ ਸਾਹਿਬ ਜਾ ਕੇ ਸਤਿਗੁਰਾਂ ਦੀ ਸੇਵਾ ਦੇ ਵਿੱਚ ਜੁਟ ਪਏ। ਜਿਸ ਸਮੇਂ ਬਾਉਲੀ ਸਾਹਿਬ ਦੀ ਸੇਵਾ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੀ ਸੀ, ਉਸ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬੜੀ ਹੀ ਅਣਥੱਕ ਉੱਥੇ ਸੇਵਾ ਕੀਤੀ। ਕਿਸੇ ਮੌਕੇ ਜੋ ਗੁਰਸਿੱਖ ਸਨ ਸੇਵਾ ਕਰ ਰਹੇ, ਉਹਨਾਂ ਨੇ ਹਾਸੇ ਦੇ ਨਾਲ ਸਤਿਗੁਰਾਂ ਨੂੰ ਟੋਕਰੀ ਥੋੜ੍ਹੀ ਭਾਰੀ ਭਰ ਕੇ ਅਤੇ ਸਤਿਗੁਰਾਂ ਨੂੰ ਚੁਕਾ ਦੇਣੀ। ਪਰ ਐਸੇ ਸਤਿਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਅਡੋਲ ਅਵਸਥਾ ਦੇ ਵਿੱਚ ਸੇਵਾ ਕਰਦੇ ਰਹਿਣਾ, ਸਤਿਗੁਰਾਂ ਦਾ ਸਿਮਰਨ ਕਰਦੇ ਰਹਿਣਾ ਅਤੇ ਕੋਲ ਬੈਠੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦਰਸ਼ਨ ਕਰਦੇ ਰਹਿਣੇ। ਇਸ ਪ੍ਰਕਾਰ
ਸਤਿਗੁਰੂ ਅਮਰਦਾਸ ਮਹਾਰਾਜ ਜਿਸ ਸਮੇਂ ਬਾਉਲੀ ਸਾਹਿਬ ਦੀ ਸੇਵਾ ਕਰਵਾ ਰਹੇ ਸਨ, ਉਸ ਸਮੇਂ ਸਾਡੇ ਸਤਿਕਾਰਯੋਗ ਮਾਤਾ ਰਾਮੋ ਜੀ, ਜੋ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਧਰਮ ਸੁਪਤਨੀ ਹਨ, ਤਿਨਾਂ ਨੇ ਸਤਿਗੁਰਾਂ ਪਾਸ ਬੇਨਤੀ ਕਰਨਾ ਕੀਤੀ ਕਿ ਸਤਿਗੁਰੂ, ਜੋ ਬੀਬੀ ਭਾਨੀ ਜੀ ਹਨ, ਇਹ ਵਿਆਹਣ ਯੋਗ ਹੋਏ ਹਨ, ਤੇ ਕਿਰਪਾ ਕਰਕੇ ਇਹਨਾਂ ਵਾਸਤੇ ਵਰ ਲੱਭੋ। ਤਾਂ ਉਸ ਸਮੇਂ ਸਤਿਗੁਰਾਂ ਨੇ ਇਹ ਬਚਨ ਕਿਹਾ ਕਿ ਜਿਨ੍ਹਾਂ ਦੇ ਨਾਲ ਵੀ ਬੀਬੀ ਭਾਨੀ ਜੀ ਦਾ ਸੰਜੋਗ ਹੋਵੇਗਾ, ਉਹ ਪਰਮੇਸ਼ਰ ਆਪ ਹੀ ਉਹਨਾਂ ਨੂੰ ਸਾਨੂੰ ਮਿਲਾ ਦੇਵੇਗਾ। ਤਾਂ ਇਹ ਬਚਨ ਕਰ ਹੀ ਰਹੇ ਸਨ ਸਤਿਗੁਰੂ ਕਿ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸੇਵਾ ਕਰ ਰਹੇ ਸਨ, ਉਹ ਟੋਕਰੀ ਨੂੰ ਖਾਲੀ ਕਰਕੇ ਅਤੇ ਵਾਪਸ ਤੁਰੇ ਆ ਰਹੇ ਸਨ। ਤਾਂ ਮਾਤਾ ਜੀ ਨੇ ਉਹਨਾਂ ਦਾ ਸੁੰਦਰ ਸਰੂਪ ਦੇਖ ਕਰਕੇ ਅਤੇ ਉਹਨਾਂ ਦੀ ਸੇਵਾ ਭਾਵਨਾ ਦੇਖ ਕਰਕੇ ਸਤਿਗੁਰੂ ਨੂੰ ਇਹ ਕਿਹਾ ਕਿ ਜੋ ਬੀਬੀ ਭਾਨੀ ਜੀ ਵਾਸਤੇ ਆਪਾਂ ਵਰ ਲੱਭਣਾ ਹੈ, ਉਹ ਇਹਨਾਂ ਵਰਗਾ ਹੋਣਾ ਚਾਹੀਦਾ ਹੈ। ਤੇ ਸਤਿਗੁਰਾਂ ਨੇ ਉੱਥੇ ਫਰਮਾਇਆ ਕਿ ਇਹਨਾਂ ਵਰਗੇ ਤਾਂ ਇਹੀ ਹਨ। ਤਾਂ ਉਸ ਸਮੇਂ ਸਤਿਗੁਰਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਆਪਣੇ ਪਾਸ ਬੁਲਾਇਆ ਅਤੇ ਬੁਲਾ ਕਰਕੇ ਉਹਨਾਂ ਪਾਸੋਂ ਪਤਾ ਪੁੱਛਿਆ ਅਤੇ ਖਾਨਦਾਨ ਬਾਰੇ ਜਾਣਕਾਰੀ ਪੁੱਛੀ। ਜਦ ਸਤਿਗੁਰਾਂ ਨੇ ਦੱਸਿਆ ਤਾਂ ਉਸ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉੱਥੇ ਜੋ ਕੁੜਮਾਈ ਦੀ ਅਰਦਾਸ ਹੈ, ਉਹ ਸਤਿਗੁਰਾਂ ਨੇ ਉੱਥੇ ਹੀ ਕਰ ਦਿੱਤੀ। ਅਤੇ ਸਮਾਂ ਪਾ ਕੇ ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਵਿੱਤਰ ਆਨੰਦ ਕਾਰਜ ਬੀਬੀ ਭਾਨੀ ਜੀ ਨਾਲ ਹੋਇਆ, ਸਾਧ ਸੰਗਤ ਜੀ, ਉਸ ਸਮੇਂ ਸਤਿਗੁਰਾਂ ਨੇ ਇਹ ਜੋ ਪਵਿੱਤਰ ਸ਼ਬਦ ਆਪਾਂ ਸਰਵਣ ਕਰਨ ਲੱਗੇ ਹਾਂ, ਇਹ ਸਤਿਗੁਰਾਂ ਨੇ ਉਸ ਸਮੇਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਬੇਨਤੀ ਰੂਪ ਦੇ ਅੰਦਰ ਸਤਿਗੁਰਾਂ ਨੂੰ ਇਹ ਸ਼ਬਦ ਕਹੇ ਸਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ, ਕਿਰਪਾ ਕਰਕੇ ਮੈਨੂੰ ਇਹ ਦਾਨ ਦੇਵੋ, ਪਰਮੇਸ਼ਰ ਦੇ ਨਾਮ ਦਾ ਦਾਨ ਦੇਵੋ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਸਤਿਗੁਰਾਂ ਨੇ ਇਹ ਪਵਿੱਤਰ ਸ਼ਬਦ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਥਾਏ ਉਹਨਾਂ ਨੂੰ ਇਹ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ, ਜੋ ਅੱਗੇ ਸ਼ਬਦ ਵਿੱਚ ਆਵੇਗਾ। ਅਥਵਾ ਜੋ ਇਹ ਸ਼ਬਦ ਹੈ ਉਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਿਸ ਸਮੇਂ ਸਤਿਗੁਰੂ ਗੁਰਤਾ ਗੱਦੀ ਉੱਪਰ ਸੁਭਾਏਮਾਨ ਹੋਏ ਸਨ, ਉਸ ਸਮੇਂ ਸਤਿਗੁਰਾਂ ਨੂੰ ਇਹ ਸ਼ਬਦ ਬੇਨਤੀ ਰੂਪ ਵਿੱਚ ਕਿਹਾ ਸੀ। ਤੇ ਇਹ ਸ਼ਬਦ ਸਾਧ ਸੰਗਤ ਆਪਾਂ ਜੋ ਸਰਵਣ ਕਰਨਾ ਹੈ ਅਤੇ ਜੋ ਇਹ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਉਚਾਰਨ ਕਰ ਰਹੇ ਹਨ, ਇਹ ਸਤਿਗੁਰੂ ਸਾਨੂੰ ਸਿੱਖਾਂ ਨੂੰ ਵੀ ਇਹ ਦੱਸ ਰਹੇ ਹਨ ਕਿ ਕਿਸ ਤਰੀਕੇ ਨਾਲ, ਕਿਸ ਪ੍ਰਕਾਰ ਸਤਿਗੁਰਾਂ ਪਾਸ ਸਿੱਖ ਨੂੰ ਦੋਏ ਕਰ ਜੋੜ ਕਰਕੇ ਬੜੇ ਨਿਮਰਤਾ ਸਹਿਤ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਕੀ ਮੰਗਣਾ ਚਾਹੀਦਾ ਹੈ ਸਤਿਗੁਰਾਂ ਪਾਸ। ਇਹ ਸਤਿਗੁਰੂ ਇਸ ਸ਼ਬਦ ਵਿੱਚ ਕਿਰਪਾ ਕਰਦੇ ਹਨ। ਸ਼ਬਦ ਆਪਾਂ ਸਰਵਣ ਕਰੀਏ ਜੀ। ਰਾਗ ਗੁਜਰੀ ਮਹੱਲਾ ਚੌਥਾ। ਰਾਗ ਗੁਜਰੀ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਜਰੀ ਰਾਗ ਦੇ ਅੰਦਰ ਪਾਵਨ ਸ਼ਬਦ ਫਰਮਾ ਰਹੇ ਹਨ। ਹਰ ਕੇ ਜਨ ਸਤਿਗੁਰ ਸਤਿਪੁਰਖਾ। ਹਰ ਕੇ ਜਨ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਸ਼ਬਦ ਉਚਾਰਦੇ ਹਨ ਕਿ ਹਰ ਕੇ ਜਨ। ਜਨ ਤੋਂ ਭਾਵ ਹੁੰਦਾ ਹੈ ਪਿਆਰੇ। ਹੇ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀਓ, ਤੁਸੀਂ ਉਸ ਹਰੀ ਜੋ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਉਹ ਪਰਮੇਸ਼ਰ ਹੈ, ਤੁਸੀਂ ਉਸ ਦੇ ਪਿਆਰੇ ਹੋ। ਅਤੇ ਹਰ ਕੇ ਜਨ। ਜਨ ਤੋਂ ਭਾਵ ਜਾਣਨ ਵਾਲੇ। ਜਿਸ ਪ੍ਰਕਾਰ ਆਪਾਂ ਕਹਿੰਦੇ ਹਾਂ ਕਿ ਮੈਂ ਫਲਾਣੇ ਬੰਦੇ ਨੂੰ ਜਾਣਦਾ ਹਾਂ, ਇਸੇ ਹੀ ਤਰੀਕੇ ਨਾਲ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ ਕਿ ਹੇ ਗੁਰੂ ਅਮਰਦਾਸ ਸਤਿਗੁਰੂ, ਤੁਸੀਂ ਜੋ ਹੋ ਪਰਮੇਸ਼ਰ ਨੂੰ ਜਾਣਦੇ ਹੋ, ਪਰਮੇਸ਼ਰ ਨੂੰ ਜਾਣਨ ਵਾਲੇ ਹੋ ਤੁਸੀਂ। ਹਰ ਕੇ ਜਨ। ਸੋ ਇਸੇ ਹੀ ਪ੍ਰਕਾਰ ਜਨ ਤੋਂ ਭਾਵ ਜਨਾਉਣ ਵਾਲੇ, ਸੰਸਾਰ ਨੂੰ ਸਤਿਗੁਰਾਂ ਦੀ ਭਗਤੀ ਦਾ ਉਪਦੇਸ਼ ਦੇਣ ਵਾਲੇ,
ਆਪ ਤਾਂ ਜਾਣਦੇ ਹੀ ਹੋ ਪਰਮੇਸ਼ਰ ਨੂੰ, ਅਤੇ ਕਿਰਪਾ ਕਰਕੇ ਗੁਰਸਿੱਖਾਂ ਨੂੰ ਅਤੇ ਸੰਸਾਰ ਨੂੰ ਵੀ ਇਹ ਤੁਸੀਂ ਜਣਾਉਣ ਵਾਲੇ ਹੋ, ਤੁਸੀਂ ਸੰਸਾਰ ਨੂੰ ਵੀ ਇਹ ਦੱਸਣ ਵਾਲੇ ਹੋ ਕਿ ਪਰਮੇਸ਼ਰ ਜੋ ਹੈ ਉਹ ਕਿਹੋ ਜਿਹਾ ਹੈ। ਐਸੇ ਹੋ ਧੰਨ ਗੁਰੂ ਅਮਰਦਾਸ ਮਹਾਰਾਜ ਹਰ ਕੇ ਜਾਣ। ਸਾਧ ਸੰਗਤ ਜੀ, ਜੋ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਤਿਗੁਰਾਂ ਨੂੰ ਇਹ ਬਚਨ ਕਹੇ ਹਨ ਕਿ ਹਰ ਕੇ ਜਾਣ, ਵੀ ਤੁਸੀਂ ਪਰਮੇਸ਼ਰ ਨੂੰ ਜਾਣਦੇ ਹੋ, ਭਾਵ ਉਹਨਾਂ ਦੀ ਬੰਦਗੀ ਕਰਦੇ ਹੋ, ਅਤੇ ਸੰਸਾਰ ਨੂੰ ਜਣਾਉਂਦੇ ਹੋ, ਭਾਵ ਸੰਸਾਰ ਨੂੰ ਤੁਸੀਂ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲਾਉਂਦੇ ਹੋ। ਇਸ ਕਰਕੇ ਸਾਧ ਸੰਗਤ, ਜੋ ਧੰਨ ਗੁਰੂ ਅਮਰਦਾਸ ਮਹਾਰਾਜ ਹਨ, ਉਹਨਾਂ ਦੀ ਜੋ ਉਮਰ ਸੀ ਕਾਫੀ ਬਿਰਧ ਹੋ ਚੁੱਕੀ ਸੀ, ਜਿਸ ਪ੍ਰਕਾਰ ਕਹਿਣ ਤੋਂ ਭਾਵ 100 ਸਾਲ ਤੋਂ ਉੱਪਰ ਉਮਰ ਸੀ। ਇਸ ਉਮਰ ਦੇ ਵਿੱਚ ਵੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜੋ ਸਨ, ਉਹ ਚੁਬਾਰਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਉੱਥੇ ਕਿੱਲੀ ਨੂੰ ਹੱਥ ਪਾ ਕੇ ਸਾਰੀ ਰਾਤ ਖੜੇ ਹੋ ਕਰਕੇ ਤੇ ਪਰਮੇਸ਼ਰ ਦੀ ਬੰਦਗੀ ਕਰਿਆ ਕਰਦੇ ਸਨ, ਇਸ ਐਸੀ ਬਿਰਧ ਉਮਰ ਦੇ ਵਿੱਚ ਵੀ। ਤਾਂ ਇਹ ਵਰਤਾਰੇ ਨੂੰ ਦੇਖ ਕੇ ਇੱਕ ਸਮੇਂ ਬਾਬਾ ਬੁੱਢਾ ਜੀਆਂ ਨੇ ਸਤਿਗੁਰਾਂ ਨੂੰ ਇਹ ਪ੍ਰਸ਼ਨ ਕੀਤਾ ਕਿ ਸਤਿਗੁਰੂ, ਇਸ ਵਕਤ ਆਪ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋ ਗੁਰਤਾ ਗੱਦੀ ਹੈ ਉਸ ਉੱਪਰ ਸੁਭਾਏਮਾਨ ਹਨ ਹੋ, ਅਤੇ ਇਹ ਸਾਰੀਆਂ ਦਾਤਾਂ ਤੋਂ ਹੀ ਬੜੀ ਸ੍ਰੇਸ਼ਟ ਦਾਤ ਹੈ, ਅਤੇ ਆਪ ਜੀ ਦੇ ਪਾਸ ਹੋਰ ਵੀ ਬਹੁਤ ਪਦਾਰਥ ਜੋ ਸੰਗਤ ਵੀ ਆਉਂਦੀ ਹੈ, ਆਪ ਜੀ ਦੇ ਉੱਪਰ ਬੜੀ ਪਰਮੇਸ਼ਰ ਦੀ ਕਿਰਪਾ ਹੈ। ਪਰ ਇਹ ਸਤਿਗੁਰੂ, ਤੁਸੀਂ ਫਿਰ ਵੀ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੱਗੇ ਰਹਿੰਦੇ ਹੋ, ਸਾਰੀ ਰਾਤ ਕਿੱਲੀ ਨੂੰ ਹੱਥ ਪਾ ਕੇ ਖੜੇ ਰਹਿ ਕੇ ਭਗਤੀ ਕਰਦੇ ਹੋ। ਇਸ ਦਾ ਕੀ ਕਾਰਨ ਹੈ? ਕਿਉਂਕਿ ਆਪ ਜੀ ਪਾਸ ਤਾਂ ਸਾਰੀਆਂ ਦਾਤਾਂ ਹਨ, ਹੁਣ ਕਿਉਂ ਭਗਤੀ ਕਰਦੇ ਹੋ? ਤਾਂ ਸਤਿਗੁਰਾਂ ਨੇ ਬੜੇ ਨਿਮਰ ਸੁਭਾਅ ਦੇ ਨਾਲ ਬਚਨ ਕਹੇ ਕਿ ਜਿਸ ਪ੍ਰਕਾਰ ਇੱਕ ਸਮੇਂ ਜੋ ਸ਼ਾਹੂਕਾਰ ਨੇ ਇੱਕ ਸੇਵਾਦਾਰ ਦੇ ਉੱਪਰ ਝਾੜੂ ਫੇਰਦੇ ਨੂੰ ਦੇਖ ਕੇ, ਜੋ ਉਸ ਨੂੰ ਪ੍ਰਸੰਨ ਹੋ ਕਰਕੇ, ਉਸ ਤੇ ਤਰਸ ਕਰਕੇ, ਇੱਕ ਸ਼ਾਹੂਕਾਰ ਨੇ ਮੋਹਰਾਂ ਦੀ ਜੋ ਗੁਥਲੀ ਥੈਲੀ ਸੀ ਉਸ ਵੱਲ ਸਿੱਟੀ, ਤਾਂ ਉਹ ਜੋ ਝਾੜੂ ਫੇਰਦਾ ਜੋ ਨੌਕਰ ਸੀ, ਉਹ ਗੁਥਲੀ ਨੂੰ ਲੈ ਕੇ ਅਤੇ ਘਰ ਚਲਾ ਗਿਆ। ਅਗਲੇ ਦਿਨ ਫਿਰ ਉਸੇ ਪ੍ਰਕਾਰ ਉਹ ਆ ਕਰਕੇ ਤੇ ਝਾੜੂ ਫੇਰਨ ਲੱਗ ਪਿਆ। ਸ਼ਾਹੂਕਾਰ ਨੇ ਉਸ ਨੂੰ ਪੁੱਛਿਆ ਕਿ ਮੈਂ ਜੋ ਤੈਨੂੰ ਕੱਲ ਮਾਇਆ ਦਿੱਤੀ ਸੀ, ਜੋ ਪਦਾਰਥ ਦਿੱਤੇ ਸਨ, ਉਹ ਤੈਨੂੰ ਮਿਲੇ ਨਹੀਂ? ਉਸਨੇ ਕਿਹਾ ਜੀ ਜ਼ਰੂਰ ਮਿਲੇ ਹਨ, ਮੇਰੇ ਪਾਸ ਹਨ। ਤਾਂ ਸ਼ਾਹੂਕਾਰ ਨੇ ਪੁੱਛਿਆ, ਫਿਰ ਤੂੰ ਕਿਉਂ ਅੱਜ ਝਾੜੂ ਮਾਰਨ ਆਇਆ ਹੈ, ਝਾੜੂ ਫੇਰ ਰਿਹਾ ਹੈ, ਤੇਰੇ ਪਾਸ ਤਾਂ ਇਤਨੇ ਪਦਾਰਥ ਤੈਨੂੰ ਮਿਲ ਗਏ ਹਨ। ਤਾਂ ਉਸਨੇ ਕਿਹਾ ਕਿ ਜਿਸ ਕਾਰਜ ਕਰਕੇ, ਜਿਹੜਾ ਕੰਮ ਕਰਨ ਦੇ ਨਾਲ ਮੈਨੂੰ ਇੰਨੇ ਪਦਾਰਥ ਮਿਲ ਗਏ ਹਨ, ਮਾਇਆ ਇਤਨੀ ਮਿਲੀ ਹੈ ਕਿ ਮੈਂ ਸਾਰੀ ਉਮਰ ਬੈਠ ਕੇ ਖਾ ਸਕਦਾ ਹਾਂ, ਸੋ ਇਸ ਪ੍ਰਕਾਰ ਮੈਂ ਉਸ ਕਾਰਜ ਨੂੰ ਕਿਉਂ ਛੱਡਾਂ ਜਿਹਦੇ ਨਾਲ ਮੈਨੂੰ ਐਡੀ ਵੱਡੀ ਦਾਤ ਮਿਲੀ ਹੈ। ਇਸੇ ਪ੍ਰਕਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਰਮਾਇਆ ਕਿ ਜਿਸ ਭਗਤੀ ਕਰਨ ਦੇ ਨਾਲ ਮੈਨੂੰ ਇਤਨੀ ਬੜੀ ਸ੍ਰੇਸ਼ਟ ਦਾਤ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਗੁਰਤਾ ਗੱਦੀ ਦੀ ਦਾਤ ਮਿਲੀ ਹੈ, ਸੋ ਅਜਿਹੀ ਭਗਤੀ ਨੂੰ ਮੈਂ ਕਿਸ ਪ੍ਰਕਾਰ ਛੱਡਾਂ? ਉਹ ਕਹਿ ਰਹੇ ਸਨ ਵੀ ਮੈਂ ਇਹ ਭਗਤੀ ਕਰਨੀ ਨਹੀਂ ਛੱਡ ਸਕਦਾ। ਇਸ ਪ੍ਰਕਾਰ ਸਤਿਗੁਰਾਂ ਨੇ ਬਿਰਧ ਉਮਰ ਵਿੱਚ ਹੁੰਦਿਆਂ ਹੋਇਆਂ ਵੀ ਸਤਿਗੁਰਾਂ ਨੇ ਭਗਤੀ ਕੀਤੀ। ਇਸ ਪ੍ਰਕਾਰ ਹਰ ਕੇ ਜਨ, ਤੁਸੀਂ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਹੈ, ਹਰੀ ਦੇ ਜਨ ਹੋ ਗੁਰੂ ਅਮਰਦਾਸ ਮਹਾਰਾਜ। ਇਸੇ ਪ੍ਰਕਾਰ ਹਰ ਕੇ ਜਨ, ਜੋ ਸੰਸਾਰ ਨੂੰ ਪਰਮੇਸ਼ਰ ਦੀ ਭਗਤੀ ਦੇ ਵਿੱਚ ਲਾਉਣ ਵਾਲੇ ਹੋ ਤੁਸੀਂ। ਸਤਿਗੁਰਾਂ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸਨ ਥਾਂ ਪਰ ਥਾਂ ਸੰਸਾਰ ਦੇ ਅੰਦਰ, ਜੋ ਗੁਰਮਤਿ ਦਾ ਪ੍ਰਚਾਰ, ਜੋ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਕਰਨ ਵਾਸਤੇ। ਇਸ ਪ੍ਰਕਾਰ ਸਤਿਗੁਰਾਂ ਨੇ ਗੁਰਸਿੱਖੀ ਦਾ, ਗੁਰੂ ਨਾਨਕ ਮਹਾਰਾਜ ਦੇ ਘਰ ਦਾ ਜੋ ਪ੍ਰਚਾਰ ਕੀਤਾ। ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਸ ਪ੍ਰਕਾਰ ਸਤਿਗੁਰਾਂ ਨੇ ਆਪ ਵੀ ਪਰਮੇਸ਼ਰ ਦੀ ਭਗਤੀ ਕੀਤੀ ਅਤੇ ਸੰਸਾਰ ਨੂੰ ਵੀ ਪਰਮੇਸ਼ਰ ਦੀ ਭਗਤੀ ਵਿੱਚ ਲਾਇਆ। ਐਸੇ ਹੋ ਧੰਨ ਗੁਰੂ ਅਮਰਦਾਸ ਮਹਾਰਾਜ, ਤੁਸੀਂ ਹਰ ਕੇ ਜਨ ਹੋ। ਸਤਿਗੁਰ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੀ ਪਾਵਨ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਣ ਕਰਕੇ, ਜੋ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇਹ ਪਵਿੱਤਰ ਬਚਨ ਕਿਹਾ ਹੈ ਕਿ ਹੇ ਗੁਰੂ ਅਮਰਦਾਸ ਮਹਾਰਾਜ, ਤੁਸੀਂ ਸਤਿਗੁਰੂ ਹੋ, ਤੁਸੀਂ ਸੱਚੇ ਗੁਰੂ ਹੋ, ਤੁਸੀਂ ਸਾਰਿਆਂ ਦੇ ਸਿਰ ਤੇ, ਸਾਰਿਆਂ ਦੇ ਉੱਪਰ ਤੁਸੀਂ ਸਾਰਿਆਂ ਦੇ ਗੁਰੂ ਰੂਪ ਹੋ, ਅਤੇ
ਗੁਰਤਾ ਗੱਦੀ ਉੱਪਰ ਸਬਾਏਮਾਨ ਹੋ। ਸਤ ਪੁਰਖਾ। ਸਤ ਪੁਰਖਾਂ ਤੋਂ ਭਾਵ ਸੱਚ ਬੋਲਣ ਵਾਲੇ ਸ੍ਰੇਸ਼ਟ ਪੁਰਖ ਹੈ ਗੁਰੂ ਅਮਰਦਾਸ ਮਹਾਰਾਜ। ਤੁਸੀਂ ਸੱਤ ਦਾ ਸਦਾ ਹੀ ਸਾਥ ਆਪਣੇ ਨਾਲ ਰੱਖਦੇ ਹੋ, ਸੱਤ ਹੀ ਸਾਰੇ ਪਾਸੇ ਵਰਤਾਉਂਦੇ ਹੋ ਅਤੇ ਐਸੇ ਸ੍ਰੇਸ਼ਟ ਪੁਰਖ ਹੋ ਤੁਸੀਂ। ਸਤ ਪੁਰਖਾ, ਸਤ ਤੋਂ ਭਾਵ ਸਤ ਪ੍ਰਤੱਗੀ ਪੁਰਖ, ਜੋ ਇੱਕ ਵਾਰ ਪ੍ਰਤੱਗਿਆ ਕਰ ਲੈਣ ਉਹ ਫਿਰ ਉਸ ਤੋਂ ਪਿੱਛੇ ਨਹੀਂ ਹਟਦੇ, ਉਹ ਜ਼ਰੂਰ ਪਰ ਜ਼ਰੂਰ ਪੂਰੀ ਕਰਦੇ ਹਨ। ਇਸ ਪ੍ਰਕਾਰ ਸਾਧ ਸੰਗਤ ਇੱਕ ਸਮੇਂ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ, ਮਾਫ ਕਰਨਾ, ਧੰਨ ਗੁਰੂ ਅਮਰਦਾਸ ਮਹਾਰਾਜ ਜਿਸ ਸਮੇਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਮਗਰ ਤੁਰੇ ਜਾ ਰਹੇ ਸਨ, ਸਤਿਗੁਰਾਂ ਨੇ ਕਈ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਖਿਆ ਕਿ ਤੁਸੀਂ ਸਾਡੇ ਬਰਾਬਰ ਹੋ ਕੇ ਤੁਰਿਆ ਕਰੋ, ਪਰ ਸਤਿਗੁਰੂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਬਰਾਬਰ ਕਦੀ ਨਹੀਂ ਸੀ ਤੁਰਦੇ। ਉਹ ਸਤਿਗੁਰਾਂ ਦੇ ਮਗਰ ਹੀ ਤੁਰਦੇ ਸਨ, ਆਪਣੇ ਆਪ ਨੂੰ ਨਿਮਰਤਾ ਸਹਿਤ ਰੱਖਦੇ ਹੋਏ, ਨੀਵੇਂ ਜਾਣਦੇ ਹੋਏ। ਤਾਂ ਇੱਕ ਸਮੇਂ ਤੁਰੇ ਜਾਂਦਿਆਂ ਸਤਿਗੁਰਾਂ ਦੀ ਜੋ ਸੱਜੀ ਬਾਂਹ ਸੀ ਉਹ ਸਤਿਗੁਰਾਂ ਦੇ ਅੱਗੇ ਲੰਘ ਗਈ। ਤੋ ਇਸ ਵਰਤਾਰੇ ਨੂੰ ਦੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਬੜਾ ਵੈਰਾਗ ਆਇਆ ਤੇ ਉਸ ਸਮੇਂ ਇਹ ਮਨ ਵਿੱਚ ਵਿਚਾਰ ਕੀਤੀ ਕਿ ਜੋ ਇਸ ਬਾਂਹ ਨੇ ਸਤਿਗੁਰਾਂ ਦੀ ਬੇਅਦਬੀ ਕੀਤੀ ਹੈ, ਸਤਿਗੁਰਾਂ ਤੋਂ ਅੱਗੇ ਨਿਕਲ ਗਈ ਹੈ, ਇਸ ਨੂੰ ਤਾਂ ਵੱਢ ਹੀ ਦੇਣਾ ਚਾਹੀਦਾ ਹੈ। ਤਾਂ ਉਸ ਸਮੇਂ ਫਿਰ ਉਹਨਾਂ ਦੇ ਮਨ ਦੇ ਅੰਦਰ ਇਹ ਵਿਚਾਰ ਆਈ ਕਿ ਜੇਕਰ ਇਸ ਨੂੰ ਵੱਢ ਦਿੱਤਾ ਤਾਂ ਸਤਿਗੁਰਾਂ ਦੀ ਜੋ ਨਾਰਾਜ਼ਗੀ ਪ੍ਰਾਪਤ ਹੋਵੇਗੀ, ਸਤਿਗੁਰੂ ਨਾਰਾਜ਼ ਹੋਣਗੇ। ਤਾਂ ਉਸ ਸਮੇਂ ਫਿਰ ਇਹ ਜੋ ਗੁਰਬਾਣੀ ਦਾ ਸ਼ਬਦ ਉਹਨਾਂ ਦੇ ਮਨ 'ਚ ਆਇਆ ਕਿ ਸੋ ਮੁਆ ਜਿਸ ਮਨੋਂ ਵਿਸਾਰੈ, ਕਿ ਜਿਸ ਚੀਜ਼ ਨੂੰ ਆਪਾਂ ਮਨ ਤੋਂ ਵਿਸਾਰ ਦਈਏ ਉਹ ਮਰਿਆਂ ਦੇ ਬਰਾਬਰ ਹੋ ਜਾਂਦੀ ਹੈ। ਇਸ ਪ੍ਰਕਾਰ ਸਤਿਗੁਰਾਂ ਨੇ ਉਸ ਸਮੇਂ ਇਹ ਪ੍ਰਤੱਗਿਆ ਕੀਤੀ ਕਿ ਜੋ ਇਹ ਬਾਂਹ ਹੈ ਇਸ ਦੇ ਨਾਲ ਕੋਈ ਵੀ ਕਾਰਜ ਨਹੀਂ ਕਰਨਾ, ਇਸ ਤੋਂ ਕੋਈ ਵੀ ਕੰਮ ਨਹੀਂ ਲੈਣਾ ਜਿੰਨਾ ਚਿਰ ਸਾਡਾ ਇਹ ਪੰਜ ਭੂਤਕ ਸਰੀਰ ਇਸ ਸੰਸਾਰ ਦੇ ਅੰਦਰ ਹੈ। ਤੋ ਸਾਧ ਸੰਗਤ ਸਤਿਗੁਰਾਂ ਨੇ ਸਾਰੀ ਹੀ ਉਮਰ ਉਸ ਬਾਂਹ ਤੋਂ ਕੋਈ ਵੀ ਕੰਮ ਨਹੀਂ ਸੀ ਲਿਆ, ਉਸ ਨੂੰ ਆਪਣੀ ਛਾਤੀ ਦੇ ਨਾਲ ਹੀ ਲਾਈ ਰੱਖਦੇ ਸਨ ਹਰ ਸਮੇਂ। ਐਸੇ ਸਨ ਸਤਿਗੁਰੂ ਅਮਰਦਾਸ, ਸਤ ਪ੍ਰਤੱਗੀ ਸਨ, ਕੀਤੀ ਹੋਈ ਪ੍ਰਤੱਗਿਆ ਨੂੰ ਪੂਰਾ ਕਰਨ ਵਾਲੇ ਸਨ। ਇਸੇ ਹੀ ਪ੍ਰਕਾਰ ਸਾਧ ਸੰਗਤ ਇੱਕ ਸਮੇਂ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਉੱਪਰ ਸੁਭਾਏਮਾਨ ਸਨ, ਉਸ ਸਮੇਂ ਇੱਕ ਬਜ਼ੁਰਗ ਮਾਈ ਸਤਿਗੁਰਾਂ ਪਾਸ ਆਈ। ਉਸ ਦਾ ਬੱਚਾ ਮਰ ਚੁੱਕਿਆ ਸੀ ਅਤੇ ਉਹ ਬੱਚੇ ਨੂੰ ਨਾਲ ਲੈ ਕੇ ਆਈ, ਉਹ ਉਸ ਦੀ ਲਾਸ਼ ਨੂੰ, ਅਤੇ ਬੜਾ ਹੀ ਵਿਰਲਾਪ ਸਤਿਗੁਰਾਂ ਦੇ ਚਰਨਾਂ 'ਚ ਉਸ ਨੇ ਕੀਤਾ। ਬੜਾ ਹੀ ਰੋਈ ਸਤਿਗੁਰਾਂ ਪਾਸ ਆਉਣ ਕਰਕੇ ਤੇ ਸਤਿਗੁਰੂ ਦਇਆ ਦੇ ਸਾਗਰ, ਸਤਿਗੁਰਾਂ ਨੂੰ ਉਸ ਬਜ਼ੁਰਗ ਮਾਈ ਦੇ ਉੱਪਰ ਤਰਸ ਆਇਆ ਤੇ ਤਰਸ ਵਿੱਚ ਆਉਣ ਕਰਕੇ ਸਤਿਗੁਰਾਂ ਨੇ ਉਸ ਦੇ ਪੁੱਤਰ ਨੂੰ ਜੀਵਨ ਦਾਨ ਦੇ ਦਿੱਤਾ, ਉਸ ਨੂੰ ਜਿਉਦਿਆਂ ਕਰ ਦਿੱਤਾ ਅਤੇ ਉਹ ਮਾਈ ਖੁਸ਼ ਹੋ ਕਰਕੇ ਘਰ ਵਾਪਸ ਗਈ। ਤੇ ਉਸ ਤੋਂ ਉਪਰੰਤ ਪਰ ਸਤਿਗੁਰਾਂ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਜੋ ਅੱਜ ਇਹ ਪਰਮੇਸ਼ਰ ਦੇ ਉਲਟ ਜਾ ਕਰਕੇ ਅਸੀਂ ਇਹ ਭਾਣਾ ਵਰਤਾਇਆ ਹੈ, ਸੋ ਇਸੇ ਹੀ ਪ੍ਰਕਾਰ ਜੋ ਰੋਜ਼-ਰੋਜ਼ ਲੋਕਾਂ ਦੇ ਪੁੱਤਰ ਮਰਦੇ ਰਹਿਣਗੇ, ਰਾਜਿਆਂ ਦੇ ਪੁੱਤਰ ਮਰਦੇ ਰਹਿਣਗੇ, ਤਾਂ ਉਹ ਸਾਡੇ ਕੋਲ ਰੋਜ਼ ਹੀ ਆ ਜਾਇਆ ਕਰਨਗੇ। ਤੇ ਇਸ ਪ੍ਰਕਾਰ ਸਾਨੂੰ ਰੋਜ਼ ਹੀ ਸਤਿਗੁਰਾਂ ਦੇ ਪਰਮੇਸ਼ਰ ਦੇ ਭਾਣੇ ਦੇ ਉਲਟ ਜਾ ਕਰਕੇ ਭਾਣਾ ਕਰਨਾ ਪਿਆ ਕਰੇਗਾ। ਤੋ ਇਹ ਸਤਿਗੁਰਾਂ ਨੇ ਉੱਥੇ ਪ੍ਰਤੱਗਿਆ ਕੀਤੀ ਕਿ ਰੋਜ਼-ਰੋਜ਼ ਦੇ ਨਾਲੋਂ ਇੱਕ ਵਾਰ ਹੀ ਸਤਿਗੁਰਾਂ ਨੇ ਬਚਨ ਕਰ ਦਿੱਤਾ ਕਿ ਜੋ ਜਿਤਨਾ ਚਿਰ ਵੀ ਅਸੀਂ ਇਸ ਸੰਸਾਰ ਦੇ ਅੰਦਰ ਹਾਂ ਉਤਨਾ ਚਿਰ ਕੋਈ ਵੀ ਖਡੂਰ ਸਾਹਿਬ ਦੇ ਅੰਦਰ ਨਹੀਂ ਮਰੇਗਾ। ਜੋ ਇਹ ਕਾਲ ਹੈ ਉਹ ਖਡੂਰ ਸਾਹਿਬ ਦੇ ਅੰਦਰ ਪ੍ਰਵੇਸ਼ ਨਹੀਂ ਕਰੇਗਾ। ਸਤਿਗੁਰਾਂ ਨੇ ਕਾਲ ਨੂੰ ਹੀ ਬੰਨ੍ਹ ਦਿੱਤਾ। ਤੋ ਸਾਧ ਸੰਗਤ ਜੋ ਉਸ ਸਮੇਂ ਖਡੂਰ ਸਾਹਿਬ ਦੀ ਜੋ ਜਨਸੰਖਿਆ ਸੀ, ਸ੍ਰੀ ਗੋਇੰਦਵਾਲ ਸਾਹਿਬ ਦੇ ਅੰਦਰ ਸਤਿਗੁਰਾਂ ਨੇ ਜੋ ਹੈ ਕਾਲ ਨੂੰ ਬੰਨ੍ਹ ਦਿੱਤਾ ਕਿ ਗੋਇੰਦਵਾਲ ਸਾਹਿਬ ਦੇ ਅੰਦਰ ਕੋਈ ਵੀ ਜੀਵ ਮਰੇਗਾ ਨਹੀਂ ਜਿੰਨਾ ਚਿਰ ਅਸੀਂ ਹਾਂ। ਸੋ ਇਸ ਪ੍ਰਕਾਰ ਗੋਇੰਦਵਾਲ ਸਾਹਿਬ ਦੀ ਉਸ ਸਮੇਂ ਕਾਫੀ ਆਬਾਦੀ ਵੱਧ ਗਈ ਸੀ,
ਮਨੁੱਖ ਤਾਂ ਕੀ, ਕੋਈ ਪਸ਼ੂ ਪੰਛੀ ਵੀ ਨਹੀਂ ਸੀ ਉਸ ਸਮੇਂ ਮਰਿਆ। ਜਿਤਨਾ ਚਿਰ 22 ਸਾਲ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਹਨ, ਉਤਨਾ ਚਿਰ ਕੋਈ ਵੀ ਜੀਵ ਉੱਥੇ ਨਹੀਂ ਮਰਿਆ, ਨਾ ਪਸ਼ੂ ਪੰਛੀ ਮਰਿਆ। ਸੋ ਇਸ ਪ੍ਰਕਾਰ ਜੋ ਜੀਵ ਸਨ, ਜੋ ਮਨੁੱਖ ਸਨ, ਉਹ ਖਡੂਰ ਸਾਹਿਬ ਉੱਥੇ ਜਾ ਕਰਕੇ ਵਸਣਾ ਸ਼ੁਰੂ ਹੋ ਗਏ ਸਨ ਕਿ ਸਾਨੂੰ ਮੌਤ ਨਹੀਂ ਆਵੇਗੀ। ਐਸੇ ਸਨ ਸਤਿਗੁਰੂ ਅਮਰਦਾਸ ਮਹਾਰਾਜ, ਸਤ ਪ੍ਰਤੱਗੀ ਸਨ, ਆਪਣੀ ਕੀਤੀ ਹੋਈ ਪ੍ਰਤੱਗਿਆ ਨੂੰ ਪੂਰਾ ਕਰਨ ਵਾਲੇ। ਐਸੇ ਧੰਨ ਗੁਰੂ ਅਮਰਦਾਸ ਮਹਾਰਾਜ ਤੁਸੀਂ ਹੋ। ਬਿਨੋ ਕਰਹੁ ਗੁਰ ਪਾਸ। ਹੇ ਸਤਿਗੁਰੂ, ਜੋ ਆਪ ਹਰੀ ਦੇ ਜਨ ਹੋ, ਪਿਆਰੇ ਹੋ, ਆਪ ਭਗਤੀ ਕਰਨ ਵਾਲੇ ਹੋ, ਆਪ ਭਗਤੀ ਜਨਾਉਣ ਵਾਲੇ ਹੋ, ਆਪ ਸਤਿਗੁਰੂ ਹੋ ਅਤੇ ਆਪ ਸਤ ਪ੍ਰਤੱਗੀ ਹੋ। ਐਸੇ ਸਤਿਗੁਰੂ ਜੀ ਕਿਰਪਾ ਕਰੋ, ਬਿਨੋ ਕਰੋ ਗੁਰ ਪਾਸ। ਅਸੀਂ ਤੁਹਾਡੇ ਪਾਸ ਬੇਨਤੀ ਕਰ ਰਹੇ ਹਾਂ, ਨਿਮਰ ਭਾਵ 'ਚ ਬੇਨਤੀ ਕਰ ਰਹੇ ਹਾਂ। ਕਿਰਪਾ ਕਰਕੇ ਸਾਡੀ ਬੇਨਤੀ ਸੁਣੋ। ਹਮ ਕੀਰੇ ਕਿਰਮ ਸਤਿਗੁਰ ਸਰਨਾਈ। ਹੇ ਸਤਿਗੁਰੂ ਜੀ, ਹਮ ਕੀਰੇ ਕਿਰਮ ਭਾਵ ਅਸੀਂ ਤੁਹਾਡੇ ਕੀਰੇ ਦਾਸ ਅਤੇ ਕਿਰਮ ਦਾਸਾਂ ਦੇ ਦਾਸ ਭਾਵ। ਹੇ ਸਤਿਗੁਰੂ, ਅਸੀਂ ਤੁਹਾਡੇ ਦਾਸਾਂ ਦੇ ਦਾਸ ਹਾਂ। ਅਸੀਂ ਬੜੇ ਹੀ ਨਿਮਰ ਭਾਵ ਅੰਦਰ ਤੁਹਾਡੇ ਕੋਲ ਆਏ ਹਾਂ। ਸਤਿਗੁਰ ਸਰਣਾਈ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਸਤਿਗੁਰੂ, ਸਾਡੀ ਬੇਨਤੀ ਸੁਣੋ। ਇਸੇ ਹੀ ਪ੍ਰਕਾਰ ਸਾਧ ਸੰਗਤ ਜੋ ਕੀਰੇ ਭਾਵ ਕੀੜੇ ਹੁੰਦੇ ਹਨ, ਜਿਨ੍ਹਾਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਹੁੰਦੀਆਂ ਹਨ, ਉਹਨਾਂ ਨੂੰ ਕੀੜੇ ਕਿਹਾ ਜਾਂਦਾ ਹੈ। ਜਿਸ ਪ੍ਰਕਾਰ ਭਰਿੰਡਾਂ ਆਦਿਕ, ਭੂੰਡ ਆਦਿਕ ਅਤੇ ਜੋ ਕਿਰਮ ਹੁੰਦੇ ਹਨ, ਇਹਨਾਂ ਦੀਆਂ ਸਾਧ ਸੰਗਤ ਹੱਡੀਆਂ ਨਹੀਂ ਹੁੰਦੀਆਂ, ਕੇਵਲ ਮਾਸ ਹੀ ਹੁੰਦਾ ਹੈ। ਜਿਸ ਪ੍ਰਕਾਰ ਫਲਾਂ ਦੇ ਅੰਦਰ ਅਤੇ ਆਦਿਕ ਸਬਜ਼ੀਆਂ ਦੇ ਅੰਦਰ ਆਪਾਂ ਕੀਟਾਣੂ ਆਦਿਕ, ਸੁੰਡੀਆਂ ਆਦਿਕ ਦੇਖਦੇ ਹਾਂ। ਸੋ ਐਸੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ ਕਿ ਹੇ ਗੁਰੂ ਅਮਰਦਾਸ ਮਹਾਰਾਜ, ਅਸੀਂ ਤੁਹਾਡੇ ਦਰ ਦੇ ਕੀੜਿਆਂ ਦੇ, ਕਿਰਮਾਂ ਦੇ ਬਰਾਬਰ ਹਾਂ। ਭਾਵ ਸਾਡੀ ਕੋਈ ਹਸਤੀ ਨਹੀਂ ਤੁਹਾਡੇ ਅੱਗੇ। ਕਿਰਪਾ ਕਰਕੇ ਸਾਡੀ ਬੇਨਤੀ ਸੁਣੋ। ਇਸੇ ਹੀ ਪ੍ਰਕਾਰ ਗੁਰੂ ਰਾਮਦਾਸ ਮਹਾਰਾਜ ਗੁਰਸਿੱਖਾਂ ਨੂੰ ਵੀ ਇਹ ਬਚਨ ਕਰਦੇ ਹਨ ਕਿ ਅਜਿਹੇ ਸਤਿਗੁਰਾਂ ਦੀ, ਜੋ ਸਤਿਗੁਰੂ ਹਨ, ਜੋ ਸਤ ਪ੍ਰਤੱਗੀ ਹਨ, ਜੋ ਹਰੀ ਦੇ ਜਨ ਹਨ, ਜੋ ਆਪ ਭਗਤੀ ਕਰਨ ਵਾਲੇ ਹਨ ਅਤੇ ਸੰਸਾਰ ਨੂੰ ਭਗਤੀ ਕਰਾਉਣ ਵਾਲੇ ਹਨ, ਐਸੇ ਸਤਿਗੁਰਾਂ ਦੇ ਪਾਸ ਇਸ ਤਰ੍ਹਾਂ ਨਿਮਰ ਭਾਵ ਦੇ ਨਾਲ ਨੀਵੇਂ ਹੋ ਕਰਕੇ ਬੇਨਤੀ ਕਰਨੀ ਚਾਹੀਦੀ ਹੈ। ਸਤਿਗੁਰੂ, ਕਿਰਪਾ ਕਰਕੇ ਸਾਡੀ ਬੇਨਤੀ ਸੁਣੋ। ਕਰ ਦਇਆ ਨਾਮ ਪ੍ਰਗਾਸ। ਦਇਆ ਭਾਵ ਦਇਆ ਦ੍ਰਿਸ਼ਟੀ, ਮਿਹਰਾਮਤ ਅਤੇ ਨਾਮ ਪ੍ਰਗਾਸ ਤੋਂ ਭਾਵ ਵੀ ਨਾਮ ਦਾ ਪ੍ਰਕਾਸ਼ ਕਰੋ। ਸੋ ਸਤਿਗੁਰੂ ਇਹ ਗੁਰੂ ਅਮਰਦਾਸ ਮਹਾਰਾਜ ਅੱਗੇ ਬੇਨਤੀ ਕਰਦੇ ਹਨ ਕਿ ਸਾਡੇ ਤੇ ਦਇਆ ਕਰੋ, ਸਾਡੇ ਤੇ ਦਇਆ ਦ੍ਰਿਸ਼ਟੀ ਕਰੋ। ਹੇ ਸਤਿਗੁਰੂ, ਸਾਡੇ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦੇਵੋ, ਤਾਂ ਜੋ ਸਾਡੇ ਹਿਰਦੇ ਅੰਦਰ ਵੀ ਨਾਮ ਵਸ ਸਕੇ। ਇਸ ਹੀ ਪ੍ਰਕਾਰ ਜਗਿਆਸੂ ਨੇ ਅਤੇ ਸਿੱਖ ਨੇ ਵੀ ਸਤਿਗੁਰਾਂ ਪਾਸ ਇਹੀ ਦਾਤ ਮੰਗਣੀ ਹੈ, ਇਹੀ ਬੇਨਤੀ ਕਰਨੀ ਹੈ ਕਿ ਹੇ ਸਤਿਗੁਰੂ, ਸਾਡੇ ਤੇ ਵੀ ਗਰੀਬਾਂ ਤੇ ਕਿਰਪਾ ਕਰ ਦਿਓ। ਅਸੀਂ ਤੁਹਾਡੇ ਕੀੜੇ ਚਰਨਾਂ ਦੇ ਕੀੜੇ ਹਾਂ, ਕਿਰਮ ਹਾਂ, ਨਿਮਾਣੇ ਹਾਂ। ਕਿਰਪਾ ਕਰਕੇ ਸਾਡੇ ਹਿਰਦੇ ਅੰਦਰ ਵੀ ਨਾਮ ਦਾ ਜੋ ਕਿਣਕਾ ਹੈ ਉਹ ਵਸਾ ਦਿਓ। ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਉਹ ਪੂਰਾ ਪਰਮੇਸ਼ਰ ਸਮਾਉਣਾ ਤਾਂ ਬੜੀ ਵੱਡੀ ਗੱਲ ਹੈ। ਜੇਕਰ ਉਸ ਪਰਮੇਸ਼ਰ ਦੇ ਨਾਮ ਦਾ ਇੱਕ ਕਿਣਕਾ ਮਾਤਰ ਵੀ ਸਾਡੇ ਹਿਰਦੇ ਅੰਦਰ ਵਸ ਜਾਵੇ ਤਾਂ ਉਸ ਦੀ ਵਡਿਆਈ ਹੀ ਬਹੁਤ ਵੱਡੀ ਹੋ ਜਾਂਦੀ ਹੈ। ਉਸ ਦੇ ਤਾਂ ਕੀ ਕਹਿਣੇ ਹੀ ਹੋ ਜਾਂਦੇ ਹਨ। ਸਤਿਗੁਰੂ, ਐਸੀ ਕਿਰਪਾ ਕਰੋ, ਸਾਡੇ ਹਿਰਦੇ ਅੰਦਰ ਵੀ ਨਾਮ ਦਾ ਪ੍ਰਕਾਸ਼ ਕਰੋ। ਮੇਰੇ ਮੀਤ ਗੁਰਦੇਵ। ਮੇਰੇ ਮੀਤ ਗੁਰਦੇਵ। ਹੇ ਸਤਿਗੁਰੂ, ਗੁਰੂਦੇਵ ਪਾਤਸ਼ਾਹ, ਜਿਸ ਪ੍ਰਕਾਰ ਆਪਾਂ ਪੜ੍ਹਦੇ ਹਾਂ ਗੁਰਬਾਣੀ ਅੰਦਰ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਾਰਾ। ਐਸੇ ਗੁਰੂਦੇਵ ਮੀਤ ਭਾਵ ਮਾਤਾ ਪਿਤਾ ਦੀ ਨਿਆਈ, ਸਾਡੇ ਗੁਰੂਦੇਵ ਭਾਵ ਹੇ ਸਤਿਗੁਰੂ, ਤੁਸੀਂ ਸਾਡੇ ਮਾਤਾ ਪਿਤਾ ਦੀ ਨਿਆਈ ਹੋ। ਅਤੇ ਮੀਤ ਸਤਿਗੁਰ ਮਿੱਤਰ, ਮੇਰਾ ਬਾਲ ਸਖਾਈ, ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਐਸੇ ਤੁਸੀਂ ਸਾਡੇ ਮਿੱਤਰ ਸਰੂਪ ਹੈ ਗੁਰੂਦੇਵ ਜੀ। ਮੋਕੋ ਰਾਮ ਨਾਮ ਪ੍ਰਗਾਸ। ਸਾਡੇ ਤੇ ਕਿਰਪਾ ਕਰੋ। ਮੋਕੋ ਭਾਵ ਮੇਰੇ ਅੰਦਰ ਰਾਮ ਨਾਮ, ਜਿਹੜਾ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਹੈ, ਉਸ ਨੂੰ ਸਾਡੇ ਹਿਰਦੇ ਅੰਦਰ ਪ੍ਰਗਾਸ ਭਾਵ
ਪ੍ਰਕਾਸ਼ ਕਰ ਦਿਓ। ਹੇ ਸਤਿਗੁਰੂ ਸਾਡੇ ਤੇ ਕਿਰਪਾ ਕਰੋ। ਇਸ ਪ੍ਰਕਾਰ ਸਤਿਗੁਰਾਂ ਨੇ ਪਿਛਲੀ ਪੰਕਤੀ 'ਚ ਵੀ ਨਾਮ ਪ੍ਰਗਾਸ ਵੀ ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਕਰੋ, ਇਹ ਨਾਮ ਦੀ ਮੰਗ ਰੱਖੀ ਹੈ, ਅਤੇ ਇਸ ਪੰਕਤੀ 'ਚ ਵੀ ਨਾਮ ਪ੍ਰਗਾਸ ਵੀ ਸਾਡੇ ਅੰਦਰ ਨਾਮ ਦਾ ਪ੍ਰਗਾਸ਼ ਕਰੋ। ਇਸ ਤੋਂ ਭਾਵ ਹੈ ਕਿ ਇਸ ਪੰਕਤੀ ਦੇ ਅੰਦਰ ਸਤਿਗੁਰੂ ਇਹ ਦ੍ਰਿੜ ਕਰਕੇ ਸਤਿਗੁਰੂ ਸੰਗਤਾਂ ਨੂੰ ਇਹ ਦੱਸ ਰਹੇ ਹਨ, ਅਤੇ ਆਪ ਵੀ ਗੁਰੂ ਅਮਰਦਾਸ ਮਹਾਰਾਜ ਪਾਸੋਂ ਇਹ ਮੰਗ ਰਹੇ ਹਨ ਕਿ ਸਾਨੂੰ ਕੇਵਲ ਤਾਂ ਕੇਵਲ ਨਾਮ ਦੀ ਦਾਤ ਹੀ ਚਾਹੀਦੀ ਹੈ, ਹੋਰ ਕੋਈ ਦਾਤ ਸਾਨੂੰ ਨਹੀਂ ਚਾਹੀਦੀ। ਇਸ ਕਾਰਨ ਕਰਕੇ ਸਤਿਗੁਰਾਂ ਨੇ ਇਹ 2 ਵਾਰੀ ਇੱਥੇ ਅੰਕਿਤ ਕੀਤਾ, ਸਤਿਗੁਰਾਂ ਕੋਲੋਂ ਇਹ ਮੰਗ ਮੰਗੀ, ਕਿਉਂਕਿ ਸਾਧ ਸੰਗਤ ਜੋ ਇਹ ਨਾਮ ਦੀ ਦਾਤ ਸ੍ਰੇਸ਼ਟ ਮੰਗੀ ਹੈ, ਸਾਨੂੰ ਹੋਰ ਕੋਈ ਵੀ ਦਾਤ ਦੁਨਿਆਵੀ ਨਹੀਂ ਚਾਹੀਦੀ। ਹੇ ਪਰਮੇਸ਼ਰ ਐਸੀ ਸਾਡੇ ਤੇ ਕਿਰਪਾ ਕਰੋ, ਮੌਕਾਓ ਰਾਮ ਨਾਮ ਪ੍ਰਗਾਸ, ਸਾਡੇ ਹਿਰਦੇ ਅੰਦਰ ਕੇਵਲ ਦਾ ਕੇਵਲ ਨਾਮ ਹੀ ਟਿਕਾਓ, ਕਿਸੇ ਹੋਰ ਚੀਜ਼ ਦੀ ਸਾਨੂੰ ਕੋਈ ਲੋੜ ਨਹੀਂ ਹੈ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ। ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਅੱਗੇ ਬੇਨਤੀ ਕਰਦੇ ਹਨ ਕਿ ਜੋ ਗੁਰਮਤਿ ਗੁਰੂ ਦੀ ਮੱਤ ਦੁਆਰਾ ਜਿਹੜਾ ਨਾਮ ਹੈ, ਜੋ ਸਤਿਗੁਰਾਂ ਦੇ ਦੁਆਰਾ ਦ੍ਰਿੜ ਕਰਾਇਆ ਹੋਇਆ ਨਾਮ ਹੈ, ਉਹੀ ਹੇ ਗੁਰੂ ਅਮਰਦਾਸ ਮਹਾਰਾਜ ਮੇਰਾ ਪ੍ਰਾਣ ਦਾ ਸਖਾਈ ਹੋਵੇਗਾ, ਪ੍ਰਾਣਾਂ ਦਾ ਰੱਖਿਅਕ ਹੋਵੇਗਾ। ਇਹ ਐਸੀ ਕਿਰਪਾ ਕਰੋ ਕਿ ਇਹ ਜਿਹੜਾ ਨਾਮ ਹੈ ਸਾਡੇ ਪ੍ਰਾਣਾਂ ਦਾ ਸਹਾਈ ਹੈ, ਸਾਡੇ ਪ੍ਰਾਣਾਂ ਦਾ ਰਖਵਾਲਾ ਹੈ, ਉਹ ਸਾਨੂੰ ਬਖਸ਼ਿਸ਼ ਕਰਕੇ ਦੇਣਾ ਕਰੋ। ਇਸੇ ਹੀ ਪ੍ਰਕਾਰ ਸਿੱਖ ਨੇ ਵੀ ਸਤਿਗੁਰਾਂ ਪਾਸ ਬੇਨਤੀ ਕਰਨੀ ਹੈ ਕਿ ਹੇ ਸਤਿਗੁਰੂ ਜਿਹੜਾ ਗੁਰਮਤਿ ਨਾਮ, ਜਿਹੜਾ ਗੁਰੂ ਦੀ ਮੱਤ ਦੁਆਰਾ ਜੋ ਨਾਮ ਹੈ ਉਹ ਲੈਣਾ ਹੈ, ਅਤੇ ਜੋ 5 ਪਿਆਰਿਆਂ ਦੁਆਰਾ ਦ੍ਰਿੜ ਕਰਾਇਆ ਜਾਂਦਾ ਜੋ ਨਾਮ ਹੈ ਉਸ ਦੀ ਵੀ ਸਾਡੇ ਤੇ ਕਿਰਪਾ ਕਰੋ। ਸਾਨੂੰ ਵੀ ਅੰਮ੍ਰਿਤ ਦੀ ਦਾਤ ਹੈ ਸਤਿਗੁਰੂ ਬਖਸ਼ਿਸ਼ ਕਰੋ, ਤਾਂ ਜੋ 5 ਪਿਆਰਿਆਂ ਤੋਂ ਅਸੀਂ ਨਾਮ ਲੈ ਕਰਕੇ ਤੇ ਅਸੀਂ ਸਿਮਰੀਏ, ਅਤੇ ਉਹ ਸਾਡੇ ਪ੍ਰਾਣਾਂ ਦਾ ਸਹਾਈ ਬਣ ਜਾਵੇ, ਸਾਡੇ ਪ੍ਰਾਣਾਂ ਦਾ ਜੋ ਉਹ ਰਖਵਾਲਾ ਬਣ ਜਾਵੇ। ਹਰੀ ਪਰਮੇਸ਼ਰ ਦਾ ਨਾਮ ਸਾਨੂੰ ਉਸ ਨਾਮ ਦਾ ਹੀ ਆਧਾਰ ਹੋਵੇ। ਸਾਨੂੰ ਐਸੀ ਕਿਰਪਾ ਕਰਕੇ ਦਾਤ ਬਖਸ਼ਿਸ਼ ਕਰੋ। ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਕੀਰਤ ਜੋ ਹਰੀ ਦੀ ਕੀਰਤਨ ਬੰਦਗੀ ਭਗਤੀ ਕਰਨੀ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ ਇਹੀ ਸਾਡੀ ਰਹੁ ਰੀਤੀ ਹੈ, ਇਹੀ ਸਾਡੀ ਰਾਸ ਪੂੰਜੀ ਹੈ, ਜੋ ਹਰੀ ਦੀ ਭਗਤੀ ਕੀਰਤਨ ਕਰਨੀ ਹੈ। ਇਸ ਕਰਕੇ ਸਾਡੇ ਹਿਰਦੇ ਅੰਦਰ ਨਾਮ ਦਾ ਪ੍ਰਗਾਸ ਕਰੋ। ਇਸੇ ਹੀ ਪ੍ਰਕਾਰ ਜੋ ਸਿੱਖ ਨੇ ਵੀ ਸਤਿਗੁਰਾਂ ਪਾਸ ਬੇਨਤੀ ਕਰਨੀ ਹੈ, ਜੇਕਰ ਸਿੱਖ ਦੇ ਮਨ ਦੇ ਅੰਦਰ ਕੋਈ ਫੁਰਨਾ ਵੀ ਆਵੇ ਕਿ ਨਾਮ ਤੋਂ ਇਲਾਵਾ ਹੋਰ ਵੀ ਕੁਛ ਸਤਿਗੁਰਾਂ ਪਾਸੋਂ ਮੰਗ ਲਈਏ, ਜਾਂ ਇਸ ਪ੍ਰਕਾਰ ਨਾਲ ਜੇਕਰ ਸਤਿਗੁਰਾਂ ਨੇ ਨਾਮ ਦੀ ਦਾਤ ਸਾਡੇ ਹਿਰਦੇ ਅੰਦਰ ਦੇਤੀ, ਤੇ ਸਤਿਗੁਰੂ ਜੇਕਰ ਕਹਿਣ ਕਿ ਹੋਰ ਮੰਗੋ, ਵੀ ਹੋਰ ਕੀ ਮੰਗਦੇ ਹੋ, ਤਾਂ ਉਸ ਸਮੇਂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਕਿ ਸਿੱਖ ਨੇ ਹੋਰ ਨਾਮ ਤੋਂ ਬਿਨਾਂ ਹੋਰ ਕੀ ਮੰਗਣਾ ਹੈ। ਸਤਿਗੁਰੂ ਕਹਿੰਦੇ ਹਨ ਹਰ ਕੀਰਤ ਹਮਰੀ ਰਹਿਰਾਸ, ਜੋ ਸਾਡੀ ਇਹ ਬੇਨਤੀ ਹੈ, ਰਹਿਰਾਸ ਤੋਂ ਭਾਵ ਬੇਨਤੀ ਵੀ ਹੁੰਦਾ ਹੈ, ਸਾਡੀ ਇਹ ਮੰਗ ਹੈ, ਸਤਿਗੁਰੂ ਸਾਡੀ ਬੇਨਤੀ ਹੈ ਹਰ ਕੀਰਤਨ, ਜੋ ਨਾਮ ਤੋਂ ਇਲਾਵਾ ਜੇਕਰ ਤੁੱਠੇ ਹੋ ਤਾਂ ਸਾਨੂੰ ਹੁਣ ਕੀਰਤਨ ਭਗਤੀ ਦੀ ਵੀ ਦਾਤ ਬਖਸ਼ੋ, ਸਾਨੂੰ ਕੀਰਤੀ ਕਰਨ ਦੀ ਵੀ ਦਾਤ ਬਖਸ਼ੋ, ਜੋ ਪਰਮੇਸ਼ਰ ਦਾ ਅਸੀਂ ਕੀਰਤਨ ਕਰਕੇ ਸਤਿਗੁਰੂ ਦੀ ਵਡਿਆਈ ਕਰਕੇ ਅਸੀਂ ਸਤਿਗੁਰਾਂ ਪਾਸ ਸਤਿਗੁਰਾਂ ਦੇ ਦਰ ਤੇ ਸੁਰਖਰੂ ਹੋ ਸਕੀਏ। ਇਸ ਪ੍ਰਕਾਰ ਸਿੱਖ ਨੇ ਬੇਨਤੀ ਕਰਨੀ ਹੈ ਹਰ ਕੀਰਤ ਹਮਰੀ ਰਹਿਰਾਸ। ਇਹ ਸਤਿਗੁਰੂ ਸਾਡੀ ਇਹ ਰਹਿਰਾਸ ਹੈ, ਸਾਡੀ ਇਹ ਬੇਨਤੀ ਹੈ, ਕਿਰਪਾ ਕਰਕੇ ਸਾਨੂੰ ਕੀਰਤਨ ਭਗਤੀ ਦੀ ਦਾਤ ਬਖਸ਼ੋ। ਇਸ ਹੀ ਕਾਰਨ ਕਰਕੇ ਸਾਧ ਸੰਗਤ ਜੋ ਰਹਿਰਾਸ ਨਾਮ ਹੈ, ਇਹ ਗੁਰਬਾਣੀ ਜੋ ਸੋਹ ਦਾ ਰਹਿਰਾਸ ਸਾਹਿਬ ਆਪਾਂ ਕਹਿੰਦੇ ਹਾਂ, ਉਸ ਦਾ ਵੀ ਇਹ ਨਾਮ ਇੱਥੋਂ ਰੱਖਿਆ ਗਿਆ। ਹਰ ਜਨ ਕੇ ਵਡ ਭਾਗ ਵਡੇਰੇ। ਹਰ ਜਨ ਕੇ ਵਡ ਭਾਗ ਵਡੇਰੇ। ਸਤਿਗੁਰੂ ਫਰਮਾਉਂਦੇ ਹਨ ਹਰ ਜਨ ਜੋ ਹਰੀ ਦੇ ਜਨ ਬਣ ਕੇ ਰਹਿੰਦੇ ਹਨ, ਜੋ ਹਰੀ ਦੀ ਭਗਤੀ ਬੰਦਗੀ ਕਰਦੇ ਹਨ, ਉਹਨਾਂ ਦੇ ਵਡ ਭਾਗ ਵਡੇਰੇ। ਉਹਨਾਂ ਦੇ ਜਿਹੜੇ ਭਾਗ ਹਨ ਉਹ ਵੱਡੇ ਭਾਗਾਂ ਵਾਲਿਆਂ ਨਾਲੋਂ ਵੀ ਵੱਡੇ ਭਾਗ ਹਨ ਉਹਨਾਂ ਦੇ। ਇਸ ਪ੍ਰਕਾਰ ਵੱਡ ਭਾਗ ਜਿਨ੍ਹਾਂ ਦੇ ਅੰਦਰੋਂ ਅਹੰਕਾਰ, ਜੋ ਵੱਡ ਭਾਵ ਜੋ ਵਡਿਆਈਆਂ ਦੀ ਇੱਛਾ ਸੀ, ਉਹ ਭਾਗ ਭਾਵ ਭੱਜ ਗਈ, ਅਤੇ ਉਹਨਾਂ ਦੇ ਭਾਗ ਜਿਹੜੇ ਉਹ ਵਡੇਰੇ ਹੋ ਗਏ, ਉਹ ਵੱਡੇ ਹੋ ਗਏ। ਐਸੇ ਹਨ ਇਹ ਹਰ ਕੇ ਜਨ। ਆਪ ਜੀ ਦੇ ਭਗਤ ਐਸੇ ਹਨ, ਵੱਡਿਆਂ ਤੋਂ ਵੱਡੇ ਹਨ ਉਹਨਾਂ ਦੇ ਭਾਗ।
ਜਿਨ ਹਰ ਹਰ ਸਰਦਾ ਹਰ ਪਿਆਸ। ਜਿਨ੍ਹਾਂ ਦੇ ਹਿਰਦੇ ਅੰਦਰ ਹਰ ਹਰ ਸਰਦਾ, ਜੋ ਹਰੀ ਪਰਮੇਸ਼ਰ ਸਾਰੇ ਦੁੱਖਾਂ ਨੂੰ ਹਰਨ ਵਾਲਾ ਹੈ, ਸਾਰੇ ਹੀ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਉਹ ਪਰਮੇਸ਼ਰ ਉਸ ਪ੍ਰਤੀ ਜਿਨ੍ਹਾਂ ਨੂੰ ਸ਼ਰਧਾ ਲੱਗ ਗਈ ਉਸ ਪਰਮੇਸ਼ਰ ਦੀ, ਅਤੇ ਹਰ ਪਿਆਸ, ਜਿਨ੍ਹਾਂ ਨੂੰ ਉਸ ਪਰਮੇਸ਼ਰ ਦੀ ਪਿਆਸ ਲੱਗ ਗਈ, ਉਹਨਾਂ ਦੇ ਭਾਗ ਬਹੁਤ ਹੀ ਵਡੇਰੇ ਹਨ, ਬਹੁਤ ਹੀ ਵੱਡੇ ਹਨ। ਇਸ ਪ੍ਰਕਾਰ ਸਤਿਗੁਰ ਫਰਮਾਉਂਦੇ ਹਨ ਕਿ ਜਾ ਸੁਖ ਤਾਮ ਨਾ ਹੋਈ। ਆਪਾਂ ਸਰਵਣ ਕਰਕੇ ਆਏ ਹਾਂ ਕਿ ਜਿੰਨਾ ਚਿਰ ਵਿਸ਼ਿਆਂ ਵਿਕਾਰਾਂ ਦੇ ਸੁਖ ਭੋਗਣ ਵਿੱਚ ਜੀਵ ਲੱਗਾ ਹੈ, ਉਤਨਾ ਚਿਰ ਪਰਮੇਸ਼ਰ ਦੇ ਨਾਮ ਦੀ, ਪਰਮੇਸ਼ਰ ਦੀ ਤਾਮ ਨਹੀਂ, ਪਿਆਸ ਨਹੀਂ ਹੋ ਸਕਦੀ। ਅਤੇ ਜਿਸ ਸਮੇਂ ਉਸ ਪਰਮੇਸ਼ਰ ਦੀ ਪਿਆਸ ਲੱਗ ਗਈ ਨਾ, ਉਸ ਸਮੇਂ ਸਤਿਗੁਰੂ ਫਰਮਾਉਂਦੇ ਹਨ ਕਿ ਉਸ ਪਿਆਸ ਦੇ ਨਾਲ ਸਾਰੇ ਹੀ ਦੁੱਖ ਉਸਦੇ ਖਾਧੇ ਜਾਣਗੇ। ਆਪਾਂ ਬਚਨ ਸਰਵਣ ਕਰਕੇ ਆਏ ਹਾਂ, ਉਤ ਭੁੱਖੈ ਖਾਏ ਚੱਲੀਆ ਹੈ ਦੁੱਖ। ਜੇਕਰ ਉਸ ਪਰਮੇਸ਼ਰ ਦੇ ਨਾਮ ਦੀ ਭੁੱਖ ਲੱਗ ਜਾਵੇ, ਉਸ ਦੀ ਪਿਆਸ ਲੱਗ ਜਾਵੇ, ਤਾਂ ਜੀਵ ਦੇ ਸਾਰੇ ਦੁੱਖ ਜਿਹੜੇ ਹਨ ਉਹ ਖਾਧੇ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਰ ਦੀ ਪਿਆਸ ਲੱਗ ਗਈ, ਭੁੱਖ ਲੱਗ ਗਈ ਅਤੇ ਸਤਿਗੁਰਾਂ ਪ੍ਰਤੀ ਸ਼ਰਧਾ ਭਾਵਨਾ ਬਣ ਗਈ, ਉਹਨਾਂ ਦੇ ਭਾਗ ਵੱਡੇ ਹਨ ਬਹੁਤ। ਹਰ ਹਰ ਨਾਮ ਮਿਲੈ ਤ੍ਰਿਪਤਾਸੈ। ਅਤੇ ਉਹ ਐਸੇ ਤਤ ਬੇਤੇ ਬਣ ਜਾਂਦੇ ਹਨ ਕਿ ਉਹਨਾਂ ਨੂੰ ਜਿਨ੍ਹਾਂ ਨੂੰ ਪਿਆਸ ਲੱਗ ਜਾਂਦੀ ਹੈ, ਉਹਨਾਂ ਨੂੰ ਜਿਸ ਸਮੇਂ ਪਰਮੇਸ਼ਰ ਦਾ ਨਾਮ ਮਿਲਦਾ ਹੈ, ਨਾਮ ਜਪਦੇ ਹਨ, ਉਦੋਂ ਹੀ ਉਹ ਤ੍ਰਿਪਤਾਸੈ ਭਾਵ ਰੱਜਦੇ ਹਨ। ਉਸ ਤੋਂ ਇਲਾਵਾ ਹੋਰ ਕਿਸੇ ਪਦਾਰਥ ਨਾਲ ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ। ਐਸੇ ਜੋ ਹਰ ਭਾਵ ਹਰਿਆ ਭਰਿਆ ਕਰਨ ਵਾਲਾ ਹੈ ਐਸਾ ਪਰਮੇਸ਼ਰ, ਅਤੇ ਹਰ ਭਾਵ ਸਾਰੇ ਹੀ ਦੁੱਖਾਂ ਨੂੰ ਹਰਨ ਵਾਲਾ, ਨਾਸ ਕਰਨ ਵਾਲਾ, ਐਸੇ ਪਰਮੇਸ਼ਰ ਦਾ ਜਦੋਂ ਉਹ ਨਾਮ ਜਪਦੇ ਹਨ, ਜੋ ਤਤ ਬੇਤੇ ਮਹਾਂਪੁਰਖ ਬਣ ਜਾਂਦੇ ਹਨ, ਜਿਨ੍ਹਾਂ ਨੂੰ ਪਿਆਸ ਲੱਗਦੀ ਹੈ, ਅਤੇ ਉਹ ਫਿਰ ਉਹਨਾਂ ਦੀ ਜਿਹੜੀ ਤ੍ਰਿਪਤਾਸ ਹੈ, ਉਹ ਤ੍ਰਿਪਤ ਹੁੰਦੇ ਹਨ। ਉਹ ਕੇਵਲ ਤਾਂ ਕੇਵਲ ਨਾਮ ਦੇ ਨਾਲ ਹੀ ਹੁੰਦੇ ਹਨ। ਤੇ ਇਸ ਪ੍ਰਕਾਰ ਗੁਰਸਿੱਖ ਨੇ ਵੀ ਸਤਿਗੁਰਾਂ ਪਾਸ ਬੇਨਤੀ ਕਰਨੀ ਹੈ ਕਿ ਸਾਨੂੰ ਵੀ ਸਰਧਾ ਬਣ ਆਵੇ। ਹੇ ਸਤਿਗੁਰੂ, ਸਾਨੂੰ ਵੀ ਪਿਆਸ ਲੱਗ ਆਵੇ ਤੁਹਾਡੇ ਨਾਮ ਦੀ, ਅਤੇ ਜਿਸ ਪਿਆਸ ਨਾਲ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ, ਅਤੇ ਸਾਨੂੰ ਫਿਰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਵੀ ਤੁਸੀਂ ਇਹ ਦਾਤ ਦੇ ਕੇ ਤ੍ਰਿਪਤ ਕਰੋ। ਮਿਲ ਸੰਗਤ ਗੁਣ ਪ੍ਰਗਾਸ। ਅਤੇ ਸਤਿਗੁਰੂ ਰਾਮਦਾਸ ਮਹਾਰਾਜ ਹੁਣ ਫਰਮਾਉਂਦੇ ਹਨ ਕਿ ਮਿਲ ਸੰਗਤ, ਆ ਜਿਹੜੀ ਦਾਤ ਹੈ ਨਾ, ਵੱਡਿਆਂ ਭਾਗਾਂ ਵਾਲੀ ਦਾਤ, ਜਿਹੜੀ ਸਤਿਗੁਰੂ ਦੀ ਸ਼ਰਧਾ ਲੱਗਣੀ ਹੈ, ਜਿਹੜੀ ਸਤਿਗੁਰੂ ਦੀ ਪਿਆਸ ਸਾਨੂੰ ਲੱਗਣੀ ਹੈ, ਭੁੱਖ ਲੱਗਣੀ ਹੈ ਸਤਿਗੁਰਾਂ ਦੇ ਨਾਮ ਦੀ, ਅਤੇ ਨਾਮ ਦੀ ਜੋ ਦਾਤ ਮਿਲਣੀ ਹੈ, ਉਹ ਸਤਿਗੁਰੂ ਫਰਮਾਉਂਦੇ ਹਨ ਕਿਸ ਪ੍ਰਕਾਰ ਮਿਲੇਗੀ। ਮਿਲ ਸੰਗਤ, ਸੰਗਤ ਦੇ ਅੰਦਰ ਆਣ ਕਰਕੇ ਜੋ ਇਹ ਨਾਮ ਦੀ ਦਾਤ ਜੋ ਇਹ ਮਿਲੇਗੀ, ਜੋ ਗੁਣ ਪ੍ਰਗਾਸ, ਜਿਹੜੇ ਇਹ ਗੁਣ ਹਨ ਨਾ, ਜੋ ਸਤ ਸੰਤੋਖ ਦਇਆ ਧਰਮ ਆਦਿਕ ਗੁਣ, ਜੋ ਸ਼ਰਧਾ ਅਤੇ ਜੋ ਭਗਤੀ ਵਾਲੇ ਗੁਣ ਹਨ, ਜੋ ਸਤਿਗੁਰਾਂ ਪ੍ਰਤੀ ਪ੍ਰੇਮ ਧਾਰਨਾ ਹੈ, ਇਹ ਜੋ ਗੁਣ ਹਨ, ਇਹ ਮਿਲ ਸੰਗਤ, ਸੰਗਤ ਦੇ ਅੰਦਰ ਆਣ ਕਰਕੇ, ਸਤਿਗੁਰਾਂ ਦੀ ਸੰਗਤ ਕਰਨੇ ਕਰਕੇ ਹੀ ਜੋ ਇਹ ਪ੍ਰਗਾਸ ਭਾਵ ਇਹਨਾਂ ਦਾ ਪ੍ਰਕਾਸ਼ ਮਨੁੱਖ ਦੇ ਹਿਰਦੇ ਵਿੱਚ ਹੋਵੇਗਾ। ਜਿਨ ਹਰ 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 ਰਸ ਨਾਮ ਨਾ ਪਾਇਆ। ਜਿਨ ਹਰ ਹਰ ਹਰ, ਜੋ ਐਸਾ ਹਰੀ ਪਰਮੇਸ਼ਰ ਤਿੰਨਾਂ ਕਾਲਾਂ ਦੇ ਅੰਦਰ ਹੀ, ਭੂਤ ਕਾਲ, ਵਰਤਮਾਨ ਅਤੇ ਜੋ ਭਵਿੱਖਤ ਕਾਲ ਹੈ, ਤਿੰਨਾਂ ਕਾਲਾਂ ਦੇ ਵਿੱਚ ਹੀ ਜੋ ਸਾਰੇ ਹੀ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਅਤੇ ਸਾਰੇ ਹੀ ਜੀਵਾਂ ਦੇ ਦੁੱਖ ਹਰ ਲੈਣ ਵਾਲਾ ਐਸਾ ਜੋ ਪਰਮੇਸ਼ਰ ਹੈ, ਰਸ ਨਾਮ ਨਾ ਪਾਇਆ, ਐਸੇ ਪਰਮੇਸ਼ਰ ਦੇ ਨਾਮ ਦਾ ਜਿਨ੍ਹਾਂ ਜੀਵਾਂ ਨੇ ਰਸ ਨਹੀਂ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਉਸ ਪਰਮੇਸ਼ਰ ਦਾ ਰਸ ਨਹੀਂ ਆਇਆ, ਤੇ ਭਾਗਹੀਨ ਜਮ ਪਾਸ। ਤੇ ਭਾਵ ਉਹ ਜੀਵ ਭਾਗਹੀਣ ਹਨ, ਉਹਨਾਂ ਦੇ ਭਾਗ ਨਖਿੱਧ ਹਨ, ਉਹਨਾਂ ਦੇ ਭਾਗ ਬਹੁਤ ਹੀ ਮੰਦੇ ਹਨ। ਜੋ ਉੱਪਰ ਸਤਿਗੁਰਾਂ ਨੇ ਫਰਮਾਇਆ ਕਿ ਜਿਨ੍ਹਾਂ ਨੂੰ ਹਰੀ ਦੇ ਪਰਮੇਸ਼ਰ ਦਾ ਰਸ ਨਹੀਂ ਆਇਆ, ਜਿਨ੍ਹਾਂ ਨੂੰ ਹਰੀ ਪਰਮਾਤਮਾ ਦੇ ਪਰਮੇਸ਼ਰ ਦੀ ਭੁੱਖ ਨਹੀਂ ਲੱਗੀ, ਪਿਆਸ ਨਹੀਂ ਲੱਗੀ, ਸ਼ਰਧਾ ਨਹੀਂ ਲੱਗੀ ਸਤਿਗੁਰਾਂ ਦੇ ਨਾਮ ਦੀ, ਉਹਨਾਂ ਦੇ ਭਾਗ ਮੰਦੇ ਹਨ, ਭਾਗਹੀਣ, ਉਹ ਭਾਗਾਂ ਤੋਂ ਰਹਿਤ ਹਨ। ਅਤੇ ਇਸੇ ਹੀ ਪ੍ਰਕਾਰ
ਜੋ ਭਾਗਹੀਣ ਜਮ ਪਾਸ ਅਤੇ ਭਾਗਾਂ ਤੋਂ ਹੀਣੇ ਹੋਣ ਕਰਕੇ ਉਹਨਾਂ ਦੇ ਪਾਸ ਜੋ ਨਿਸ਼ਕਾਮ ਕਰਨ ਰੂਪੀ ਜੋ ਕਾਰਜ ਹਨ ਉਹ ਉਹਨਾਂ ਦੇ ਖਜ਼ਾਨੇ ਵਿੱਚ ਨਹੀਂ ਸਨ, ਉਹਨਾਂ ਦੇ ਪਾਸ ਨਹੀਂ ਸਨ। ਇਸ ਪ੍ਰਕਾਰ ਕਰਕੇ ਜੋ ਜਮ ਪਾਸ, ਜੋ ਜਮਾਂ ਦੇ ਪਾਸ ਉਹਨਾਂ ਨੂੰ ਜਾਣਾ ਪਵੇਗਾ, ਜਮਾਂ ਦੀ ਫਾਹੀ ਉਹਨਾਂ ਨੂੰ ਪਵੇਗੀ। ਅਤੇ ਇਸੇ ਹੀ ਪ੍ਰਕਾਰ ਜਮ ਪਾਸ, ਉਹ ਜਮ ਭਾਵ ਜੂਨਾਂ ਦੇ ਅੰਦਰ ਬਾਰ-ਬਾਰ ਆਉਣ ਜਾਣਗੇ। ਇਹ ਸਤਿਗੁਰੂ ਕਿਰਪਾ ਕਰਦੇ ਹਨ। ਅਤੇ ਇਸੇ ਪ੍ਰਕਾਰ ਜੋ ਪਿੱਛੇ ਸਤਿਗੁਰਾਂ ਨੇ ਫਰਮਾਇਆ ਨਾ, ਬਿਨੋ ਕਰੋ ਗੁਰ ਪਾਸ, ਜਿਹੜੇ ਤਾਂ ਸਤਿਗੁਰਾਂ ਪਾਸ ਬੇਨਤੀਆਂ ਕਰਦੇ ਹਨ, ਅਰਜ਼ੋਈਆਂ ਕਰਦੇ ਹਨ ਸਤਿਗੁਰਾਂ ਦੀ ਉਸਤਤੀ ਦੇ ਅੰਦਰ, ਅਤੇ ਸਤਿਗੁਰੂ ਕਿਰਪਾ ਕਰਕੇ ਸਾਡੇ ਅੰਦਰ ਨਾਮ ਦਾ ਪ੍ਰਗਾਸ ਕਰੋ। ਐਸੇ ਜੋ ਬਿਨੋ ਕਰੋ ਬੇਨਤੀਆਂ ਕਰਦੇ ਹਨ ਸਤਿਗੁਰਾਂ ਪਾਸ, ਉਹ ਤਾਂ ਫਿਰ ਕੀ ਹੁੰਦਾ ਹੈ, ਬਿਨੋ ਕਰੋ ਗੁਰ ਪਾਸ, ਉਹ ਫਿਰ ਗੁਰੂ ਦੇ ਪਾਸ, ਗੁਰੂ ਦੇ ਸੱਚਖੰਡ ਦੇ ਅੰਦਰ, ਗੁਰੂ ਦੇ ਦਰ ਦੇ ਅੰਦਰ ਚਲੇ ਜਾਂਦੇ ਹਨ, ਪਾਸ ਪਹੁੰਚ ਜਾਂਦੇ ਹਨ। ਅਤੇ ਜਿਨ੍ਹਾਂ ਦੇ ਭਾਗਹੀਣ ਜਮ ਪਾਸ, ਅਤੇ ਜਿਨ੍ਹਾਂ ਦੇ ਭਾਗ ਖੋਟੇ ਹੁੰਦੇ ਹਨ, ਭਾਵ ਉਹਨਾਂ ਕੋਲ ਨਿਸ਼ਕਾਮ ਕਰਨ ਰੂਪੀ ਜੋ ਕਰਮ ਹੁੰਦੇ ਹਨ, ਉਹਨਾਂ ਪਾਸ ਨਹੀਂ ਹੁੰਦੇ। ਅਤੇ ਜਿਨ੍ਹਾਂ ਨੇ ਨਾਮ ਨਹੀਂ ਸਿਮਰਿਆ, ਜਿਨ੍ਹਾਂ ਦੇ ਅੰਦਰ ਪਿਆਸ ਨਹੀਂ ਆਈ ਪਰਮੇਸ਼ਰ ਦੀ, ਉਹ ਜਮ ਪਾਸ, ਉਹ ਜਮਾ ਪਾਸ ਜਾਂਦੇ ਹਨ। ਇਸ ਪ੍ਰਕਾਰ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਜਿਹੜੀ ਸੰਗਤ ਕਰਨ ਦੇ ਨਾਲ ਪਰਮੇਸ਼ਰ ਦੇ ਚਰਨਾਂ ਵਿੱਚ ਪਹੁੰਚਣਾ ਸੀ, ਸਤਿਗੁਰੂ ਦੀ ਸ਼ਰਨ ਦੇ ਅੰਦਰ ਆਪਾਂ ਜੋ ਜੀਵ ਨੇ ਚਲੇ ਜਾਣਾ ਸੀ, ਸਤਿਗੁਰਾਂ ਦੇ ਅੰਦਰ ਸਮਾ ਜਾਣਾ ਸੀ, ਐਸੀ ਸੰਗਤ ਦੇ ਵਿੱਚ ਨਹੀਂ ਆਏ। ਜੋ ਭਾਵ ਜਿਹੜੇ ਜੀਵ ਐਸੀ ਸੰਗਤ ਦੇ ਵਿੱਚ ਨਹੀਂ ਆਏ, ਜਿਸ ਸੰਗਤ ਨੇ ਸਾਨੂੰ ਸਤਿਗੁਰਾਂ ਦੇ ਨਾਲ ਮਿਲਾਉਣਾ ਸੀ, ਅਥਵਾ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਜੋ ਐਸੇ ਸਤਿਗੁਰਾਂ ਦੀ ਸ਼ਰਨ ਦੇ ਅੰਦਰ ਜੋ ਸੰਗਤ ਜੁੜ ਮਿਲ ਕਰਕੇ ਬੈਠਦੀ ਹੈ, ਸਤਿਗੁਰਾਂ ਦਾ ਹਰ ਜਸ ਕਰਦੀ ਹੈ, ਸਤਿਗੁਰਾਂ ਦੀ ਸੇਵਾ ਕਰਦੀ ਹੈ, ਐਸੀ ਸੰਗਤ ਦੇ ਅੰਦਰ ਜਿਹੜੇ ਜੀਵ ਨਹੀਂ ਆਏ ਅਤੇ ਜਿਹੜੇ ਜੀਵ ਨਹੀਂ ਆਉਂਦੇ ਹਨ, ਤ੍ਰਿਗ ਜੀਵੈ ਤ੍ਰਿਗ ਜੀਵਾਸ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਸਾਧ ਸੰਗਤ ਜੇਕਰ 100 ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹੀਏ ਤਾਂ ਉਹ ਇੱਕ ਲਾਹਨਤ ਬਣਦੀ ਹੈ, ਤੇ ਇਸੇ ਪ੍ਰਕਾਰ ਜੇਕਰ ਕਿਸੇ ਨੂੰ 100 ਵਾਰੀ ਲਾਹਨਤਾਂ ਪਾਈਏ ਤਾਂ ਉਹ ਇੱਕ ਤ੍ਰਿਗ ਬਣਦਾ ਹੈ। ਤੋ ਸਾਧ ਸੰਗਤ, ਇਹ ਸਤਿਗੁਰਾਂ ਦਾ ਬਚਨ ਹੈ, ਮੈਂ ਆਪਣੇ ਪਾਸ ਕੁਛ ਨਹੀਂ ਕਹਿ ਰਿਹਾ। ਜੋ ਤ੍ਰਿਗ ਜੀਵੇ, ਜਿਹੜੇ ਸਤਿਗੁਰਾਂ ਦੀ ਸੰਗਤ ਦੇ ਅੰਦਰ, ਸਤਿਗੁਰਾਂ ਦੇ ਪਾਸ ਸਤ ਸੰਗਤ ਦੀਆਂ ਘੜੀਆਂ ਜੋ ਹੁੰਦੀਆਂ ਹਨ ਉਸ ਦਾ ਲਾਹਾ ਨਹੀਂ ਉਠਾਉਂਦੇ, ਸੰਗਤ ਦੇ ਵਿੱਚ ਨਹੀਂ ਆਉਂਦੇ, ਸਤਿਗੁਰੂ ਕਹਿੰਦੇ ਹਨ ਤ੍ਰਿਗ ਜੀਵੇ। ਉਹ ਜਿਹੜਾ ਹੁਣ ਤੱਕ ਜੋ ਉਹਨਾਂ ਨੇ ਜੀਵਨ ਜੀਵਿਆ ਉਹ ਉਹਨਾਂ ਦਾ ਤ੍ਰਿਗ ਹੈ, ਲਾਹਨਤਯੋਗ ਹੈ ਉਹਨਾਂ ਦਾ ਜੀਵਨ। ਅਤੇ ਤ੍ਰਿਗ ਜੀਵਾਸ, ਅਤੇ ਜਿਹੜਾ ਆਉਣ ਵਾਲਾ ਜੀਵਨ ਉਹ ਜੀਣਗੇ ਬਿਨਾਂ ਸੰਗਤ ਤੋਂ, ਬਿਨਾਂ ਸੰਗਤ ਦੇ ਵਿੱਚ ਆਇਆ, ਉਹ ਵੀ ਉਹਨਾਂ ਦਾ ਤ੍ਰਿਗ ਲਾਹਨਤਯੋਗਾ ਹੀ ਹੋਵੇਗਾ। ਉਹਨਾਂ ਨੂੰ ਇੱਥੇ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਲਾਹਨਤਾਂ ਹੀ ਪੈਣਗੀਆਂ, ਜਿਹੜੇ ਜੀਵ ਸਤ ਸੰਗਤ ਦੇ ਵਿੱਚ ਨਹੀਂ ਆਉਂਦੇ। ਇਸ ਕਰਕੇ ਸਾਧ ਸੰਗਤ ਆਪਾਂ ਲਾਹਨਤਾਂ ਦੇ ਭਾਗੀ ਨਾ ਬਣੀਏ, ਕਿਉਂਕਿ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਬਚਨ ਕਹੇ ਹਨ ਨਾ, ਤੇ ਇਸ ਕਰਕੇ ਆਪਾਂ ਇਸ ਜੋ ਤ੍ਰਿਗ ਦੇ ਭਾਗੀ ਨਾ ਬਣੀਏ, ਆਪਾਂ ਸਤਿਗੁਰਾਂ ਦੀ ਸੰਗਤ ਦੇ ਵਿੱਚ ਆਇਆ ਕਰੀਏ, ਜੋ ਸਤਿਗੁਰਾਂ ਦੀ ਸ਼ਰਨ ਆਣ ਕਰਕੇ ਸੇਵਾ ਕਰਿਆ ਕਰੀਏ, ਸਿਮਰਨ ਕਰਿਆ ਕਰੀਏ। ਇਸ ਪ੍ਰਕਾਰ ਸਤਿਗੁਰੂ ਅਗਲੇ ਬਚਨ 'ਚ ਫਰਮਾਉਂਦੇ ਹਨ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਜਿਨ ਹਰ ਜਨ ਸਤਿਗੁਰ, ਇਹ ਵਿਸ਼ਰਾਮ ਵਾਹਿਗੁਰੂ ਜੋ ਅਰਥ ਕਰਨ ਵਾਸਤੇ ਵਿਸ਼ਰਾਮ ਲਾਉਣਾ ਹੈ। ਜਿਨ ਹਰ ਜਨ ਸਤਿਗੁਰ, ਜਿਹੜਾ ਹਰੀ ਦਾ ਜਨ, ਭਾਵ ਜੋ ਗੁਰੂ ਅਮਰਦਾਸ ਮਹਾਰਾਜ ਜੋ ਪਰਮੇਸ਼ਰ ਦਾ ਪਿਆਰਾ, ਅਤੇ ਇਸ ਪ੍ਰਕਾਰ ਜੋ ਸਤਿਗੁਰੂ ਹਨ, ਜੋ ਹਰ ਜਨ ਸਤਿਗੁਰੂ, ਹਰੀ ਦੇ ਪਿਆਰੇ ਸਤਿਗੁਰੂ ਅਤੇ ਹਰ ਜਨ ਸਤਿਗੁਰ, ਹਰੀ ਦੇ ਜਾਣਨ ਵਾਲੇ ਜੋ ਸਤਿਗੁਰੂ ਹਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਗਤ ਪਾਈ, ਅਤੇ ਜਿਨ੍ਹਾਂ ਨੇ ਇਹ ਸੰਗਤ ਪ੍ਰਾਪਤ ਕੀਤੀ। ਗੁਰੂ ਰਾਮਦਾਸ ਮਹਾਰਾਜ ਵੀ ਇਹ ਫਰਮਾਉਂਦੇ ਹਨ, ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਪ੍ਰਾਪਤ ਕੀਤੀ। ਅਤੇ ਹੁਣ ਦੇ ਸਮੇਂ ਵਿੱਚ ਗੁਰੂ ਰਾਮਦਾਸ ਮਹਾਰਾਜ ਸਿੱਖਾਂ ਨੂੰ ਵੀ ਇਹ ਹੁਕਮ ਕਰਦੇ ਹਨ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਨਹੀਂ ਕੀਤੀ, ਮਾਫ ਕਰਨਾ, ਜੋ ਸੰਗਤ ਪਾਈ, ਜਿਨ੍ਹਾਂ ਨੇ ਸੰਗਤ ਪ੍ਰਾਪਤ ਕਰ ਲਈ, ਉਹਨਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ,
ਤਿਨ ਧੁਰ ਮਸਤਕ ਲਿਖਿਆ ਲਿਖਾਸ। ਤਿੰਨ ਧੁਰ ਮਸਤਕ, ਧੁਰੋਂ ਹੀ ਉਹਨਾਂ ਦੇ ਮਸਤਕ ਦੇ ਉੱਪਰ ਲਿਖਿਆ ਹੋਇਆ ਹੈ ਲਿਖਾਸ। ਜੋ ਇਹ ਲੇਖ ਲਿਖਿਆ ਹੈ ਨਾ ਕਿ ਜਿਹੜੇ ਜੀਵ ਸਤਿਗੁਰੂ ਦੀ ਸੰਗਤ ਵਿੱਚ ਆਉਂਦੇ ਹਨ ਭਾਈ, ਉਹਨਾਂ ਦੇ ਮੱਥੇ ਉੱਪਰ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਸਤਿਗੁਰਾਂ ਦੀ ਸੰਗਤ ਕਰਨੀ ਹੈ। ਇਹ ਬਚਨ ਸਤਿਗੁਰਾਂ ਨੇ ਇਸ ਕਰਕੇ ਫਰਮਾਇਆ ਕਿਉਂਕਿ ਸਾਧ ਸੰਗਤ ਜਿਸ ਸਮੇਂ ਆਪਾਂ ਸਤਿਗੁਰਾਂ ਦੀ ਸ਼ਰਨ ਵਿੱਚ ਆਉਣ ਲੱਗ ਪੈਂਦੇ ਹਾਂ, ਸਤ ਸੰਗਤ ਕਰਨ ਲੱਗ ਪੈਂਦੇ ਹਾਂ, ਸਤਿਗੁਰਾਂ ਦੀ ਸ਼ਰਨ ਵਿੱਚ ਆ ਕਰਕੇ ਕਥਾ ਸੁਣਨ ਲੱਗ ਪੈਂਦੇ ਹਾਂ ਰੋਜ਼ਾਨਾ ਜੋ ਹੁੰਦੀ ਹੈ, ਤਾਂ ਉਸ ਸਮੇਂ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਜੋ ਉਸ ਸਮੇਂ ਸਾਡੇ ਮਨ ਦੇ ਅੰਦਰ ਜੋ ਕਿਸੇ ਮੌਕੇ ਹੰਕਾਰ ਆ ਜਾਂਦਾ ਹੈ, ਹਉਮੈ ਆ ਜਾਂਦੀ ਹੈ ਕਿ ਮੈਂ ਗੁਰਦੁਆਰਾ ਸਾਹਿਬ ਜਾ ਕਰਕੇ ਕਥਾ ਸੁਣਦਾ ਹਾਂ, ਸਤਿਗੁਰਾਂ ਦੀ ਸੰਗਤ ਕਰਦਾ ਹਾਂ, ਅਤੇ ਜਿਹੜੇ ਦੂਸਰੇ ਜੀਵ ਹਨ ਉਹ ਸੰਗਤ ਨਹੀਂ ਕਰਦੇ। ਇਸ ਕਰਕੇ ਜੋ ਸਤਿਗੁਰਾਂ ਨੇ ਬਚਨ ਫਰਮਾਇਆ ਕਿ ਇਹ ਜੀਵ ਜਿਹੜਾ ਹਉਮੈ ਕਰ ਰਿਹਾ ਹੈ ਕਿ ਮੈਂ ਸੰਗਤ ਦੇ ਵਿੱਚ ਆਉਣਾ ਹਾਂ, ਸਤਿਗੁਰਾਂ ਨੇ ਕਿਹਾ ਕਿ ਤੂੰ ਆਪਦੇ ਉਦਮ ਨਾਲ ਨਹੀਂ ਆਉਂਦਾ, ਆਪਦੀ ਮਰਜ਼ੀ ਨਾਲ ਤੂੰ ਨਹੀਂ ਆਉਂਦਾ। ਤਿੰਨ ਧੁਰ ਮਸਤਕ ਲਿਖਿਆ ਲਿਖਾ ਸੀ, ਜਿਹੜਾ ਲੇਖਾ ਹੈ ਤੇਰੇ ਗੁਰਦੁਆਰਾ ਸਾਹਿਬ ਜਾਣ ਦਾ, ਜਾ ਕੇ ਕਥਾ ਸੁਣਨ ਦਾ, ਇਹ ਧੁਰੋਂ ਹੀ ਸਤਿਗੁਰਾਂ ਨੇ ਆਪ ਲਿਖ ਕੇ ਭੇਜਿਆ ਹੈ। ਇਸ ਪ੍ਰਕਾਰ ਕਰਕੇ ਸਾਨੂੰ ਸੰਗਤ ਵਿੱਚ ਆਉਣ ਦਾ ਵੀ ਹੰਕਾਰ ਹਉਮੈ ਨਹੀਂ ਕਰਨੀ ਚਾਹੀਦੀ ਕਿ ਅਸੀਂ ਆਪ ਸੰਗਤ ਵਿੱਚ ਆਏ ਹਾਂ, ਕਿਉਂਕਿ ਸਾਧ ਸੰਗਤ ਜੇਕਰ ਆਪਦੇ ਉਦਮ ਨਾਲ ਹੀ ਕੋਈ ਆ ਸਕਦਾ ਹੁੰਦਾ ਤਾਂ ਜਿਹੜੇ ਜੀਵ ਸੰਗਤ ਵਿੱਚ ਨਹੀਂ ਆਉਂਦੇ, ਕਥਾ ਵਿਚਾਰਾਂ ਨਹੀਂ ਸੁਣਨ ਆਉਂਦੇ, ਸਤਿਗੁਰਾਂ ਦੀ ਸੇਵਾ ਨਹੀਂ ਕਰਦੇ, ਉਹ ਫਿਰ ਆਪਦੇ ਉਦਮ ਨਾਲ ਹੀ ਆ ਜਾਂਦੇ। ਉਹ ਕਿਉਂ ਨਹੀਂ ਆ ਰਹੇ? ਕਿਉਂਕਿ ਸਤਿਗੁਰਾਂ ਨੇ ਉਹਨਾਂ ਦੇ ਧੁਰੋਂ ਹੀ ਉਹਨਾਂ ਦੇ ਮਸਤਕ ਤੇ ਲੇਖ ਨਹੀਂ ਲਿਖਿਆ, ਅਤੇ ਜਿਹੜੇ ਆਉਂਦੇ ਹਨ ਉਹਨਾਂ ਦੇ ਮਸਤਕ ਤੇ ਜੋ ਲੇਖ ਲਿਖਿਆ ਹੈ ਧੁਰੋਂ ਹੀ ਸਤਿਗੁਰਾਂ ਨੇ ਇਹ ਉਹਨਾਂ ਨੂੰ ਦਾਤ ਬਖਸ਼ਿਸ਼ ਕੀਤੀ ਹੈ ਕਿ ਉਹ ਸਤ ਸੰਗਤ ਦੀਆਂ ਘੜੀਆਂ ਦੇ ਅੰਦਰ ਆਣ ਕਰਕੇ ਲਾਹਾ ਪ੍ਰਾਪਤ ਕਰਨ ਲੈਣ। ਸੋ ਇਹ ਸਾਧ ਸੰਗਤ ਸਤਿਗੁਰੂ ਜੋ ਸਾਧ ਸੰਗਤ ਆਪ ਗੁਰੂ ਦੇ ਦਰ ਉੱਤੇ ਬੈਠ ਕਰਕੇ ਸਤਿਗੁਰਾਂ ਦੀ ਇਸ ਵਕਤ ਸੰਗਤ ਕਰ ਰਹੇ ਹੋ, ਆਪ ਸਲਾਹੁਣਯੋਗ ਹੋ। ਤੁਹਾਡੇ ਮਸਤਕ ਦੇ ਉੱਪਰ ਸਤਿਗੁਰਾਂ ਨੇ ਇਹ ਲੇਖ ਲਿਖਿਆ ਹੈ ਕਿ ਸਤ ਸੰਗਤ ਕਰਨੀ ਹੈ, ਅਤੇ ਜਿਹੜੇ ਸੰਗਤ ਨਹੀਂ ਕਰਦੇ ਉਹ ਸਤਿਗੁਰਾਂ ਦੇ ਹੀ ਬਚਨ ਹਨ ਕਿ ਉਹ ਧ੍ਰਿਗ ਉਹਨਾਂ ਦਾ ਜੀਵਨ ਹੈ, ਲਾਹਣਤਯੋਗ ਹੈ। ਧੰਨ ਧੰਨ ਸਤ ਸੰਗਤ ਜਿਤ ਹਰਿ ਰਸ ਪਾਇਆ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਐਸੀ ਜੋ ਸਤ ਸੰਗਤ ਹੈ ਸਤਿਗੁਰਾਂ ਦੀ, ਜੋ ਗੁਰਸਿੱਖਾਂ ਨੇ ਸਤਿਗੁਰਾਂ ਪਾਸ ਬਚਨ ਕੀਤਾ ਕਿ ਸਤ ਸੰਗਤ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਜਿਹੜਾ ਨਹੀਂ ਆਇਆ ਉਹ ਲਾਹਣਤਯੋਗ ਹੈ ਉਸਦਾ ਜੀਵਨ, ਤਾਂ ਸਤਿਗੁਰਾਂ ਨੇ ਫਰਮਾਇਆ ਕਿ ਧੰਨ ਧੰਨ ਸਤ ਸੰਗਤ। ਐਸੀ ਸਤਿਗੁਰਾਂ ਦੀ ਸੰਗਤ ਧੰਨ ਧੰਨ, ਉਹ ਸਲਾਹੁਣਯੋਗ ਬਹੁਤ ਹੀ ਧੰਨ ਹੈ ਜਿਤ ਹਰ ਰਸ ਪਾਇਆ, ਜਿਸ ਸੰਗਤ ਦੇ ਵਿੱਚ ਆਣ ਕਰਕੇ ਹਰ ਰਸ ਹਰੀ ਪਰਮੇਸ਼ਰ ਦੇ ਨਾਮ ਦਾ ਜੋ ਰਸ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਤ ਸੰਗਤ ਦੇ ਵਿੱਚ ਆਉਣ ਦਾ ਇਹ ਫਲ ਹੈ ਕਿ ਹਰੀ ਦਾ ਰਸ ਜੋ ਹੈ ਪ੍ਰਾਪਤ ਹੁੰਦਾ ਹੈ। ਜਿਸ ਪ੍ਰਕਾਰ ਸਤਿਗੁਰਾਂ ਨੇ ਫਰਮਾਇਆ ਸੀ ਨਾ, ਜਿਨ ਹਰ 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 ਰਸ ਨਾਮ ਨਾ ਪਾਇਆ, ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਨਹੀਂ ਪ੍ਰਾਪਤ ਕੀਤਾ ਤੇ ਭਾਗਹੀਣ ਜਮ ਪਾਸ, ਉਹ ਜਮਾਂ ਦੇ ਪਾਸ ਜਾਣਗੇ ਕਿਉਂਕਿ ਉਹ ਭਾਗਹੀਣ ਹਨ, ਉਹਨਾਂ ਨੂੰ ਨਾਮ ਦੇ ਰਸ ਦਾ ਨਾਮ ਦਾ ਰਸ ਨਹੀਂ ਆਇਆ। ਤਾਂ ਇਸ ਪ੍ਰਕਾਰ ਸਤਿਗੁਰ ਫਰਮਾਉਂਦੇ ਹਨ ਕਿ ਉਹ ਨਾਮ ਦਾ ਰਸ ਇਸ ਪ੍ਰਕਾਰ ਆਵੇਗਾ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਸਾਧ ਸੰਗਤ ਜੇਕਰ ਆਪਾਂ ਵੀ ਚਾਹੁੰਦੇ ਹਾਂ ਕਿ ਆਪਾਂ ਵੀ ਭਾਗਾਂ ਤੋਂ ਹੀਣੇ ਨਾ ਹੋਈਏ, ਤਾਂ ਹਰੀ ਦਾ ਰਸ ਪ੍ਰਾਪਤ ਆਪਾਂ ਨੂੰ ਵੀ ਹੋ ਜਾਵੇ, ਤਾਂ ਆਪਾਂ ਨੂੰ ਵੀ ਸੰਗਤ ਦੇ ਵਿੱਚ ਆਣ ਕਰਕੇ ਬੈਠਣਾ ਚਾਹੀਦਾ ਹੈ, ਸਤਿਗੁਰਾਂ ਦਾ ਜਸ ਸੁਣਨਾ ਚਾਹੀਦਾ ਹੈ, ਸਤਿਗੁਰਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਹਨ ਕਿ ਉਹ ਸੰਗਤ ਧੰਨ ਧੰਨ ਹੈ ਜਿੱਥੇ ਆਣ ਕਰਕੇ ਹਰੀ ਦਾ ਰਸ, ਹਰੀ ਦੇ ਨਾਮ ਦਾ ਰਸ ਜੋ ਪ੍ਰਾਪਤ ਹੁੰਦਾ ਹੈ। ਮਿਲ ਜਨ ਨਾਨਕ ਨਾਮ ਪਰ। ਇਸੇ ਪ੍ਰਕਾਰ ਸਾਧ ਸੰਗਤ ਜਿਹੜੀ ਸੰਗਤ ਹੁੰਦੀ ਹੈ ਉਹ ਚਾਰ ਪ੍ਰਕਾਰ ਦੀ ਕਹੀ ਗਈ ਹੈ। ਜੋ ਇੱਕ ਤਾਂ ਹੈ ਸੰਗਤ ਜਿਸ ਦੇ ਨਾਲ ਕੋਈ ਆਪਾਂ ਨੂੰ ਨਾ ਤਾਂ ਲਾਭ ਹੋਵੇ ਅਤੇ ਨਾ ਹੀ ਕੋਈ ਆਪਾਂ ਨੂੰ ਘਾਟ ਹੋਵੇ, ਜਿਸ ਪ੍ਰਕਾਰ ਕੋਈ ਜੀਵਨ ਸਾਡਾ ਨਾ ਚੰਗਾ ਬਣੇ ਤੇ ਨਾ ਹੀ ਕੋਈ ਮੰਦਾ ਬਣੇ ਸਾਡਾ ਜੀਵਨ ਕਿਸੇ ਦੀ ਸੰਗਤ ਕਰਕੇ, ਐਸੀ ਉਹ ਸੰਗਤ ਹੈ। ਅਤੇ ਸਾਧ ਸੰਗਤ ਜਿਸ ਪ੍ਰਕਾਰ ਗੁਰਸਿੱਖਾਂ ਦੀ ਸੰਗਤ, ਜਿਸ ਪ੍ਰਕਾਰ ਜੋ ਗੁਰਸਿੱਖ ਮਿਲ ਕਰਕੇ ਬੈਠਦੇ ਹਨ, ਸਤਿਗੁਰਾਂ ਦੇ ਗੁਣ ਗਾਇਨ ਕਰਦੇ ਹਨ, ਉਹ ਸਾਧ ਸੰਗਤ ਐਸੀ ਹੈ ਜਿੱਥੇ ਜੀਵ ਦਾ ਜੀਵਨ ਜਿਹੜਾ ਉਹ ਉੱਚਾ ਹੁੰਦਾ ਹੈ, ਜੀਵ ਨੂੰ ਲਾਭ ਪ੍ਰਾਪਤ ਹੁੰਦਾ ਹੈ। ਅਤੇ ਜਿਹੜੀ ਤੀਜੀ ਹੈ ਕੁਸੰਗਤ, ਜੋ ਕੁਸੰਗਤ ਜਿਸ ਦੇ ਵਿੱਚ ਬੈਠ ਕਰਕੇ ਜੋ
ਮਨੁੱਖ ਦਾ ਜਿਹੜਾ ਜੀਵਨ ਹੈ ਉਹ ਨੀਵਾਂ ਗਿਰਦਾ ਹੈ, ਸਤਿਗੁਰਾਂ ਤੋਂ ਦੂਰੀ ਬਣਦੀ ਹੈ, ਉਸ ਨੂੰ ਕੁਸੰਗਤ ਕਿਹਾ ਗਿਆ ਹੈ। ਅਤੇ ਜਿਹੜੀ ਚੌਥੀ ਹੈ ਸਤ ਸੰਗਤ, ਸੱਚੇ ਸਤਿਗੁਰੂ ਦੀ ਸੰਗਤ ਕਰ ਲੈਣੀ, ਜਿਸ ਦੇ ਨਾਲ ਜੀਵ ਨੂੰ ਸਤਿਗੁਰਾਂ ਦੀ ਪ੍ਰਾਪਤੀ, ਸਤਿਗੁਰਾਂ ਦੇ ਨਾਮ ਦੇ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਉਹ ਸਤ ਸੰਗਤ ਹੈ, ਉਹ ਧੰਨ ਧੰਨ ਹੈ। ਮਿਲ ਜਨ ਨਾਨਕ ਨਾਮ ਪ੍ਰਗਾਸ, ਮਿਲ ਜਨ ਨਾਨਕ ਨਾਮ ਪ੍ਰਗਾਸ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਕਰ ਰਹੇ ਹਨ ਕਿ ਮਿਲ ਜਨ, ਐਸੇ ਜਨਾਂ ਦੀ, ਐਸੇ ਸਤਿਗੁਰਾਂ ਦੇ ਪਿਆਰਿਆਂ ਦੀ, ਭਾਵ ਜੋ ਭਗਤੀ ਕਰਦੇ ਹਨ ਸਤਿਗੁਰਾਂ ਦੇ ਪਿਆਰੇ, ਅਤੇ ਹਰ ਜਨ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਹਨ ਅਤੇ ਗੁਰੂ ਅਮਰਦਾਸ ਮਹਾਰਾਜ ਉਸ ਸਮੇਂ ਜੋ ਆਪ ਸਨ, ਇਹਨਾਂ ਦੀ ਸੰਗਤ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ ਨਾਮ ਪ੍ਰਗਾਸ। ਜੋ ਮਨੁੱਖ ਦੇ ਹਿਰਦੇ ਅੰਦਰ ਨਾਮ ਦਾ ਜੋ ਪ੍ਰਗਾਸ, ਜੋ ਚਾਨਣ ਹੋ ਜਾਂਦਾ ਹੈ। ਜਿਸ ਪ੍ਰਕਾਰ ਸਤਿਗੁਰਾਂ ਨੇ ਇਸ ਸ਼ਬਦ ਦੇ ਆਰੰਭ ਵਿੱਚ ਬੇਨਤੀ ਕੀਤੀ ਸੀ ਨਾ ਕਿ ਕਰ ਦਇਆ ਨਾਮ ਪ੍ਰਗਾਸ ਅਤੇ ਮੁਕਾਓ ਰਾਮ ਨਾਮ ਪ੍ਰਗਾਸ, ਕਿ ਸਤਿਗੁਰੂ ਕਿਰਪਾ ਕਰੋ ਸਾਡੇ ਉੱਪਰ, ਇਹ ਬਖਸ਼ਿਸ਼ ਕਰਕੇ ਸਾਡੇ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦਿਓ। ਤਾਂ ਹੁਣ ਸਤਿਗੁਰੂ ਕਿਰਪਾ ਕਰਦੇ ਹਨ ਕਿ ਮਿਲ ਜਨ, ਕਿ ਹੇ ਜੀਵ, ਜੇਕਰ ਤੂੰ ਚਾਹੁੰਦਾ ਹੈ, ਤੂੰ ਬੇਨਤੀਆਂ ਕਰ ਰਿਹਾ ਹੈ ਕਿ ਮੇਰੇ ਅੰਦਰ ਨਾਮ ਦਾ ਪ੍ਰਗਾਸ ਕਰੋ, ਅਤੇ ਜੇ ਤੂੰ ਹੁਣ ਚਾਹੁੰਦਾ ਹੈ ਕਿ ਮੇਰੇ ਹਿਰਦੇ ਅੰਦਰ ਨਾਮ ਦਾ ਪ੍ਰਗਾਸ ਹੋ ਜਾਵੇ, ਉਹ ਸਤਿਗੁਰੂ ਦੱਸਦੇ ਹਨ ਕਿਵੇਂ ਹੋਵੇਗਾ। ਮਿਲ ਜਨ, ਜੋ ਸਤਿਗੁਰਾਂ ਦੇ ਪਰਮੇਸ਼ਰ ਦੇ ਜਨਾਂ ਦੀ, ਸਤਿਗੁਰੂ ਦੀ ਅਤੇ ਸਤਿਗੁਰੂ ਦੀ ਸੰਗਤ ਦੀ ਜੋ ਸੰਗਤ ਕਰਨੀ ਹੈ, ਸਤ ਸੰਗਤ ਕਰਨੀ ਹੈ, ਉਸ ਦੇ ਨਾਲ ਇਹ ਨਾਮ ਪ੍ਰਗਾਸ ਹਿਰਦੇ ਵਿੱਚ ਹੈ, ਉਹ ਜੋ ਨਾਮ ਦਾ ਪ੍ਰਕਾਸ਼ ਹੋ ਜਾਵੇਗਾ। ਤੇ ਸਤ ਸੰਗਤ ਨੂੰ ਸਤਿਗੁਰਾਂ ਨੇ ਧੰਨ ਧੰਨ, ਐਸਾ ਧੰਨ ਧੰਨ ਕਿਹਾ ਹੈ। ਸੋ ਇਹ ਸਾਧ ਸੰਗਤ ਸਤਿਗੁਰਾਂ ਨੇ ਇਸ ਸ਼ਬਦ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਪਾਸ ਬੇਨਤੀਆਂ ਕੀਤੀਆਂ ਹਨ, ਅਤੇ ਸਾਨੂੰ ਵੀ ਇਹ ਸਿੱਖਿਆ ਦਿੱਤੀ ਹੈ ਕਿ ਇਸ ਪ੍ਰਕਾਰ ਸਤਿਗੁਰਾਂ ਪਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਸਾਡੇ ਹਿਰਦੇ ਅੰਦਰ ਕੇਵਲ ਤਾਂ ਕੇਵਲ ਜੋ ਨਾਮ ਦਾ ਹੀ ਪ੍ਰਗਾਸ ਕਰੋ, ਸਾਨੂੰ ਹੋਰ ਪਦਾਰਥ ਨਹੀਂ ਚਾਹੀਦਾ। ਕਿਉਂਕਿ ਸਤਿਗੁਰਾਂ ਦਾ ਬਚਨ ਹੈ ਨਾ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਜੋ ਤੁਹਾਡੇ ਤੋਂ ਬਿਨਾਂ, ਤੁਹਾਡੇ ਨਾਮ ਤੋਂ ਬਿਨਾਂ ਹੋਰ ਕੋਈ ਮੰਗਾਂ ਮੰਗਣੀਆਂ ਹਨ, ਉਹ ਸਿਰ ਦੁੱਖਾਂ ਕੇ ਦੁੱਖ ਤੋਂ, ਸਿਰ ਦੇ ਉੱਪਰ ਦੁੱਖਾਂ ਦੇ ਵੱਡੇ ਦੁੱਖ ਪੈਣ ਦੇ ਬਰਾਬਰ ਹੈ। ਕਿਉਂਕਿ ਸਾਧ ਸੰਗਤ ਜੋ ਸਤਿਗੁਰਾਂ ਨੇ ਆਖਿਆ ਹੈ ਨਾ, ਜਾ ਸੁਖ ਤਾਮ ਨਾ ਹੋਈ, ਜਿਤਨਾ ਚਿਰ ਇਸ ਦਾਤਾਂ ਦਾ ਸੁੱਖ ਲੈਣਾ ਮਾਨਣ ਦੇ ਵਿੱਚ ਹੀ ਜੀਵ ਲੱਗ ਜਾਵੇਗਾ, ਉਤਨਾ ਚਿਰ ਸਤਿਗੁਰਾਂ ਦੀ ਪਿਆਸ ਨਹੀਂ ਪ੍ਰਾਪਤ ਹੋਵੇਗੀ। ਅਤੇ ਦੁੱਖ ਕਿਸ ਪ੍ਰਕਾਰ ਕਰਕੇ ਹੋਵੇਗਾ ਕਿ ਇਹ ਜੋ ਦਾਤਾਂ ਆਪਾਂ ਪ੍ਰਾਪਤ ਕਰ ਤਾਂ ਲੈਂਦੇ ਹਾਂ, ਤੇ ਉਹਨਾਂ ਦੇ ਦਾਤਾਂ ਦੇ ਨਾਲ ਜੁੜ ਜਾਂਦੇ ਹਾਂ, ਤੇ ਉਹ ਜੀਵ ਦੀ ਜਿਹੜੀ ਵਾਸ਼ਨਾ ਹੈ ਉਹ ਦਿਨ ਬ ਦਿਨ ਵੱਧਦੀ ਰਹਿੰਦੀ ਹੈ। ਤੇ ਇਸ ਪ੍ਰਕਾਰ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਨਾ ਕਿ ਜੁਗ ਜੁਗ ਮੇਰ ਸਰੀਰ ਕਾ, ਵਾਸਨਾ ਬੱਧਾ ਆਵੇ ਜਾਵੇ। ਤੇ ਇਹ ਜਿਹੜੀ ਵਾਸਨਾ ਫਿਰ ਅੰਦਰ ਉਹਨਾਂ ਦਾਤਾਂ ਦਾ ਸੁੱਖ ਮਾਨਣ ਦਾ ਕਰਕੇ ਜੋ ਵਾਸਨਾ ਹਿਰਦੇ ਦੇ ਅੰਦਰ ਰਹਿ ਜਾਂਦੀ ਹੈ, ਉਹ ਫਿਰ ਆਉਣਾ ਜਾਣਾ ਪੈਂਦਾ ਹੈ ਜੂਨਾਂ ਦੇ ਅੰਦਰ। ਇਸ ਕਰਕੇ ਸਤਿਗੁਰੂ ਸਾਨੂੰ ਹੋਰ ਦਾਤ ਕੋਈ ਨਹੀਂ ਚਾਹੀਦੀ, ਸਾਡੇ ਤੇ ਕਿਰਪਾ ਕਰੋ, ਨਾਮ ਦੀ ਦਾਤ ਸਾਨੂੰ ਬਖਸ਼ਿਸ਼ ਕਰੋ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸੋ ਸਾਧ ਸੰਗਤ ਆਪਾਂ ਵੀ ਇਸ ਸੰਗਤ ਦੇ ਵਿੱਚ ਆਣ ਕਰਕੇ ਸਤਿਗੁਰਾਂ ਦਾ ਜਸ ਸਰਵਣ ਕਰਿਆ ਕਰੀਏ। ਕਿਉਂਕਿ ਸਤਿਗੁਰਾਂ ਦਾ ਵਚਨ ਹੈ, ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਕਿ ਜਿਸ ਸਮੇਂ ਹੈ ਜੀਵ ਤੇਰੇ ਚਾਰ ਪੈਰ ਹੋ ਜਾਣਗੇ ਤੇ ਸਿਰ ਤੇ ਦੋਏ ਸਿੰਘ, ਦੋ ਸਿੰਘ ਉਗਾਉਣਗੇ, ਗੁੰਗ ਮੁਖ, ਅਤੇ ਮੂੰਹ ਤੋਂ ਤੂੰ ਗੂੰਗਾ ਹੋ ਜਾਵੇਗਾ। ਕਹਿਣ ਤੋਂ ਭਾਵ ਕਿ ਜਿਸ ਸਮੇਂ ਤੂੰ ਪਸ਼ੂਆਂ ਦੀ ਜੂਨੀ ਵਿੱਚ ਪੈ ਜਾਵੇਗਾ, ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਹੇ ਜੀਵ, ਉਦੋਂ ਤੂੰ ਕਿਵੇਂ ਫਿਰ ਪਰਮੇਸ਼ਰ ਦਾ ਨਾਮ ਸਿਮਰ ਸਕਦਾ ਹੈ, ਪਰਮੇਸ਼ਰ ਦੀ ਬੰਦਗੀ ਕਰੇਗਾ, ਉਦੋਂ ਕਿਸ ਪ੍ਰਕਾਰ ਤੂੰ ਬੰਦਗੀ ਕਰੇਗਾ। ਤੈਨੂੰ ਸਤਿਗੁਰਾਂ ਨੇ ਇਹ ਭਈ ਪ੍ਰਾਪਤ ਮਾਨੁਖ ਦੇਹ ਹੋਰੀਆ, ਇਹ ਮਨੁੱਖਾਂ ਦੀ ਸਤਿਗੁਰਾਂ ਨੇ ਤੈਨੂੰ ਦਿੱਤੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰਮੇਸ਼ਰ ਨੂੰ ਮਿਲਣ ਦੀ ਇਹ ਵਾਰੀ ਹੈ। ਸਤਿਗੁਰਾਂ ਨੇ ਤੈਨੂੰ ਤਨ ਦਿੱਤਾ ਹੈ, ਸਤਿਗੁਰਾਂ ਨੇ ਤੈਨੂੰ ਮਨ ਦਿੱਤਾ ਹੈ,
ਤਨ ਮਨ ਕਰਕੇ ਸਤਿਗੁਰਾਂ ਦਾ ਸਿਮਰਨ ਕਰਨਾ ਚਾਹੀਦਾ ਹੈ। ਸਤਿਗੁਰਾਂ ਦਾ ਹਰ ਜਸ ਸਰਵਣ ਕਰਨਾ ਚਾਹੀਦਾ ਹੈ। ਸਾਧ ਸੰਗਤ ਦੇ ਵਿੱਚ ਆਣ ਕਰਕੇ ਜਿਸ ਨੂੰ ਸਤਿਗੁਰਾਂ ਨੇ ਧੰਨ ਧੰਨ ਕਿਹਾ ਹੈ, ਅਤੇ ਜੇ ਸਾਧ ਸੰਗਤ ਜੇ ਆਪਣੇ ਕਰਮਾਂ ਵਿੱਚ ਸਤ ਸੰਗਤ ਨਹੀਂ ਨਾ ਲਿਖੀ ਤਾਂ ਉਸ ਨੂੰ ਸਤਿਗੁਰਾਂ ਨੇ ਤ੍ਰਿਗ ਕਿਹਾ ਹੈ। ਇਸ ਕਰਕੇ ਆਪਾਂ ਤ੍ਰਿਗ ਦੇ ਲਾਹਣਤਾਂ ਦੇ ਭਾਗੀ ਨਾ ਬਣੀਏ। ਜੋ ਸਤਿਗੁਰਾਂ ਨੇ ਫਰਮਾਇਆ ਹੈ, ਮੈਂ ਆਪਦੇ ਪੱਲਿਓਂ ਕੁਛ ਨਹੀਂ ਕਹਿ ਰਿਹਾ। ਸਾਧ ਸੰਗਤ ਸਤ ਸੰਗਤ ਵਿੱਚ ਆਣ ਕਰਕੇ ਜੋ ਸਤਿਗੁਰਾਂ ਨੇ ਸਤ ਸੰਗਤ ਦੀ ਇਹ ਵਡਿਆਈ ਦਿੱਤੀ ਹੈ ਨਾ, ਇਹ ਆਪਾਂ ਪ੍ਰਾਪਤ ਕਰ ਲਈਏ। ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ। ਜੋ ਅਗਲੇਰਾ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਹੈ, ਉਹ ਕਾਹੇ ਰੇ ਮਨ ਚਿੱਤ ਵਹਿ ਉਦਮ, ਇਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਕਥਾ ਵਿਚਾਰਾਂ ਕਰਦਿਆਂ ਅਤੇ ਸਤਿਗੁਰਾਂ ਦੀ ਗੁਰਬਾਣੀ ਦੀਆਂ ਪੰਕਤੀਆਂ ਉਚਾਰਨ ਕਰਦਿਆਂ, ਗੁਰਬਾਣੀ ਪੜ੍ਹਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਣਹਾਰ ਹਨ, ਸਤਿਗੁਰੂ ਬਖਸ਼ ਲੈਣ। ਤਰਸ ਕਰਕੇ ਸਾਡੇ ਹਿਰਦੇ ਅੰਦਰ ਵੀ ਨਾਮ ਦਾ ਪ੍ਰਗਾਸ ਕਰ ਦੇਣ, ਅਤੇ ਜੋ ਸਤ ਸੰਗਤ ਬਖਸ਼ਣ ਯੋਗ ਹੈ ਸਤਿਗੁਰੂ ਦੀ ਸੰਗਤ, ਆਪਣਾ ਬੱਚਾ ਜਾਣ ਕੇ ਮਾਫ ਕਰ ਦੇਣਾ ਤੇ ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਹੀ ਜੋ ਰਹਿੰਦੀ ਕਥਾ ਹੈ ਆਪ ਵਿੱਚ ਵਰਤ ਕੇ ਕਰਵਾ ਲੈਣ। ਇਸੇ ਤਰ੍ਹਾਂ ਹੀ ਸਤਿਗੁਰੂ ਉਦਮ ਬਖਸ਼ਿਸ਼ ਕਰਨ। ਆਖਰੀ ਪੰਕਤੀਆਂ ਪੜ੍ਹ ਕੇ ਹੁਣ ਸਾਰੀ ਸਮਾਪਤੀ ਹੈ ਜੀ। ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮਹਿ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਭੀ ਹੋਵਨ ਹਾਰ। ਹੈ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।